श्री वाहिगुरु साहिब जीओ। 12 माह माज महला पंजवा। घर चौथा। एक ओंकार सतगुर प्रसाद। किरत कर्म के बिछड़े कर कृपा मिलो राम। चार कुंठ दह दिस ब्रह्मे थक आए प्रभ की शाम। तेन दुदह ते बाहरी कितहे न आवे काम। जल बिन शाख कुमलावती उपजै नाही दाम। हार ना मिलिय साजन कत पाइय विश्राम। जित घर हर कंत न प्रगटई पाठ नगर से ग्राम। सर्व श्रृंगार तुम बोल रस सन देही सब खाम। प्रभ स्वामी कंत बिहूणिया मीत सज्जन सब जाम। नानक की बेनंतिया कर कृपा दीजै नाम। हर मेलो स्वामी संग प्रभ जिसका नेह चल धाम। सतनाम ते सत्कार योग जो गुरु रूप खालसा साध संगत जी जितने भी माई भाई सतगुਰਾਂ ਦੀ ਹਜ਼ੂਰੀ ਵਿੱਚ ਬੈਠੇ ਨੇ ਤੇ ਅੱਜ ਆਪਾਂ ਸਾਧ ਸੰਗਤ ਚੇਤ ਦੇ ਮਹੀਨੇ ਦੀ ਸੰਗਰਾਂਦ ਨੂੰ ਇਕੱਠੇ ਹੋਏ। ਚੇਤ ਦਾ ਮਤਲਬ ਹੁੰਦਾ ਚੇਤਾਕਾਰ। ਉਸ ਮਾਰਗ ਭਲੀ ਪੂਰਨ ਪਰਮਾਤਮਾ ਤੋਂ ਵਿਛੜਿਆ ਹੋਇਆ ਤੇ ਕਿਹਦੇ ਕਰਕੇ ਵਿਛੜਿਆ ਹੋਇਆ ਹੈ। ਮਹਾਰਾਜ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਆਓ ਇਸ ਨੂੰ ਆਪਾਂ ਸਾਧ ਸੰਗ ਵਿਚਾਰਨ ਤੋਂ ਪਹਿਲਾਂ ਇੱਕ ਵਾਰੀ ਸਾਰੀ ਸਾਧ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਆਪਣਾ ਹੈ ਸਾਧ ਸੰਗਤ ਜੀ ਚੇਤ ਦਾ ਮਹੀਨਾ ਦੀ ਸੰਗਰਾਂਦ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਝ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਤੇ ਚੌਥੇ ਘਰ ਸੁਰਤਾਲ ਵਿੱਚ ਇਹਨੂੰ ਗਾਉਣ ਦੀ ਹਦਾਇਤ ਕੀਤੀ ਗਈ ਹੋਈ ਹੈ। 12 ਮਾਹਾਂ ਦਾ ਅਰਥ ਹੁੰਦਾ ਹੈ ਬਿਰਹੋਂ ਦੀ ਬਾਣੀ। ਗੁਰੂ ਨਾਲ ਵਿਛੜੇ ਹੋਏ ਤੜਫ। ਜਿਹੜਾ ਇੱਕ ਕੋਈ ਇਨਸਾਨ ਜਦੋਂ ਗੁਰੂ ਤੋਂ ਵਿਛੜ ਜਾਂਦਾ ਹੈ ਜਾਂ ਆਪਣੇ ਪਰਿਵਾਰ ਵਿੱਚੋਂ ਕੋਈ ਵਿਛੜ ਜਾਵੇ ਚਿਰ ਬਾਅਦ ਮਿਲੇ ਤੇ ਉਹਨੂੰ ਕਹਿੰਦੇ ਪ੍ਰੇਮ। ਬਿਰਹੋਂ ਦੀ ਬਾਣੀ। ਜਦ ਤੱਕ ਤੁਹਾਡੇ ਤੋਂ ਤੜਫ ਨਹੀਂ ਉੱਠਦੀ, ਤੜਫ ਨਹੀਂ ਕਰਦੇ, ਤੜਫ ਨਹੀਂ ਲੱਗੇਗੀ ਪ੍ਰੇਮ ਦੀ, ਉਦੋਂ ਤੱਕ ਤੁਹਾਨੂੰ ਉਸ ਪ੍ਰੇਮ ਦਾ ਰਸ ਨਹੀਂ ਆਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੱਲ ਸਾਨੂੰ ਸਮਝਾਈ ਆ। ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਸਤਿਗੁਰ ਦੇ ਕੋਲੋਂ ਕਿਰਤ ਕਰਮ ਕੇ ਵਿਛੜੇ ਹੋਏ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦਾ ਕਰਦੇ ਨੇ ਹੇ ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ ਤੇਰੇ ਤੋਂ ਵਿਛੜੇ ਹੋਏ ਹਾਂ ਤੇ ਤੈਨੂੰ ਵਿਸਾਰ ਬੈਠੇ ਹਾਂ। ਮਿਹਰ ਕਰਕੇ ਸਾਨੂੰ ਆਪਣਾ ਨਾਮ ਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ। ਤੇ ਕਰਮਾਂ ਦੇ ਅਨੁਸਾਰ ਇੱਕ ਸਾਖੀ ਆਉਂਦੀ ਹੈ ਸਾਧ ਸੰਗਤ ਜੀ। ਇੱਕ ਹਮਸ਼ਾ ਗੋਸ਼ ਦਾ ਨਾਂ ਇੱਕ ਵਿਅਕਤੀ ਇੱਕ ਸਾਧੂ ਸਿਆਲਕੋਟ ਦੇ ਇੱਕ ਨਗਰ ਦੇ ਵਿੱਚ ਬੈਠਾ ਸੀ ਤੇ ਸਾਧ ਸੰਗਤ ਕਮਾਈ ਕਰ ਰਿਹਾ ਸੀ। ਕਿਸੇ ਪਰਿਵਾਰ ਨੂੰ ਉਹਨੇ ਸਾਧ ਸੰਗਤ ਜੀ ਕੋਈ ਪਰਿਵਾਰ ਉਹ ਸਾਧੂ ਦੇ ਕੋਲ ਆਇਆ ਤੇ ਆ ਕੇ ਬੈਠ ਗਿਆ ਤੇ ਬੈਠ ਕੇ ਆ ਕੇ ਉਹਨੂੰ ਕਹਿੰਦਾ ਹੈ ਤੇ ਸਾਧ ਸੰਗਤ ਕਹਿੰਦੇ ਸਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋ ਗਈ। ਤੇ ਸਾਧ ਸੰਗਤ ਮਾਲਕ ਨੇ ਅਸੀਂ ਕਿਰਪਾ ਕੀਤੀ ਉਸਦੇ ਘਰ ਪੁੱਤਰ ਦੀ ਦਾਤ ਹੋ ਗਈ। ਤੇ ਜਿਵੇਂ ਉਹ ਸਾਧੂ ਨੇ ਕਿਹਾ ਸੀ ਵੀ ਇੱਕ ਪੁੱਤਰ ਮੈਨੂੰ ਵੀ ਦੇ ਦਿਓ ਤੇ ਸਾਧ ਸੰਗਤ ਹੁਣ ਜਦੋਂ ਮਮਤਾ ਦਾ ਪਿਆਰ ਤੇ ਮੋਹ ਤੇ ਸਾਧ ਸੰਗਤ ਉਹ ਜ਼ਿਆਦਾ ਹਾਵੀ ਹੋ ਗਿਆ ਤੇ ਉਹ ਦੇਣੋਂ ਇਨਕਾਰ ਕਰ ਦਿੱਤਾ।
ਤੇ ਸਾਸੰਗ ਉਹ ਜਿਹੜਾ ਹਮਸ਼ਾ ਗੋਸ਼ ਸੀ ਸਿਆਲਕੋਟ ਦੇ ਇੱਕ ਸਾਸੰਗ ਦਾ ਮੱਠ ਵਿੱਚ ਬੈਠਾ ਭਗਤੀ ਕਰਦਾ, ਉਹਨੇ ਸਾਸੰਗ ਇੱਕ ਮੌਨ ਧਾਰਨ ਕਰ ਲਿਆ ਕਿ ਹੁਣ ਮੈਂ ਇਸ ਨਗਰ ਨੂੰ ਜਿਹੜੇ ਨੇ, ਇਸ ਨਗਰ ਨੂੰ ਜਾਂ ਇਸ ਥਾਂ ਨੂੰ ਸਾਧ ਸੰਗਤ ਇਹਨਾਂ ਲੋਕਾਂ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ। ਤੇ ਵਿਸ਼ਵਾਸਘਾਤ ਕੀਤਾ ਤੇ ਸਾਧ ਸੰਗਤ ਭਗਤੀ ਕਰਨ ਲੱਗ ਪਿਆ। ਇੰਨੇ ਦਿਨ ਛਿਲਾ ਕੱਟਣਾ ਹੈ ਤੇ ਭਗਤੀ ਕਰਨ ਲੱਗ ਪਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਸਤਿਗੁਰੂ ਜੀ ਅਸੀਂ ਕਿਰਤ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ, ਤੇ ਵਿਛੜ ਦਾ ਕਾਰਨ ਕੀ ਹੈ? ਸਾਡੇ ਅੰਦਰ ਨਾਮ ਦੀ ਬਾਣੀ ਦਾ ਰਸ ਨਹੀਂ ਰਿਹਾ, ਬਾਣੀ ਨਹੀਂ ਪੜੀ, ਤੇਰੇ ਨਾਲ ਜੁੜੇ ਨਹੀਂ ਸੀ, ਜੋ ਤੂੰ ਕਹਿਣਾ ਚਾਹੁੰਦਾ ਸੀ ਉਹ ਅਸੀਂ ਕੀਤਾ ਨਹੀਂ। ਤੇ ਮਹਾਰਾਜ ਕਹਿੰਦੇ 4 ਕੁੱਟ ਦਾ ਦਿਸ ਭਰਮ ਥਕ ਆਏ ਪ੍ਰਭ ਕੀ ਸ਼ਾਮ। ਮਾਇਆ ਦੇ ਮੋਹ ਵਿੱਚ ਫਸ ਕੇ ਚੁਫੇਰੇ ਅਸੀਂ ਚਾਰੇ ਪਾਸੇ ਸਾਸੰਗ ਮਾਇਆ ਦੀ ਖਾਤਰ ਭਟਕਦੇ ਫਿਰਦੇ ਹਾਂ। 4 ਕੁੰਟ ਦਾ ਮਤਲਬ ਸਾਸੰਗ ਜੀ ਅਸੀਂ 4 ਦਿਸ਼ਾ ਵੀ ਮੰਨ ਲਈਏ, 4 ਨੁਕਰਾਂ ਮੰਨ ਲਈਏ, ਇੱਕ ਧਰਤੀ ਤੇ ਇੱਕ ਪਤਾਲ ਮੰਨ ਲਈਏ। ਜਿਵੇਂ ਅਸੀਂ ਕਹਿੰਦੇ ਹਾਂ ਸਾਸੰਗ, ਜੇ ਅਸੀਂ ਕਹਿ ਲਈਏ ਦਰਬਾਰ ਸਾਹਿਬ ਦੇ 4 ਕੋਨੇ ਆ, 4 ਦਿਸ਼ਾਵਾਂ ਆ, ਤੇ ਸਾਸੰਗਤ ਗੱਭੇ ਇੱਕ ਕਹਿ ਲਈਏ ਹਰਿਮੰਦਰ ਸਾਹਿਬ ਤੇ ਆਕਾਸ਼, ਇਹਨੂੰ ਅਸੀਂ ਕਹਿ ਲਈਏ 4 ਤੇ 4 ਦਿਸ਼ਾ ਸਾਸੰਗਤ, ਤੇ ਇੱਕ ਥੱਲੇ ਧਰਤੀ ਤੇ ਇੱਕ ਆਕਾਸ਼, 10 ਦਿਸ਼ਾਵਾਂ ਬਣ ਜਾਂਦੀਆਂ ਨੇ। ਤੇ ਕਹਿੰਦੇ ਨੇ ਇਹ 4 ਦਿਸ਼ਾ ਮਾਰੇ ਕਹਿੰਦੇ 4 ਕੁੰਟ ਦਹਿ ਦਿਸ। ਤੇ ਮਹਾਰਾਜ ਕਹਿੰਦੇ ਭਰਮੇ ਥਕ ਆਏ ਪ੍ਰਭ ਕੀ ਸ਼ਾਮ। ਸਾਹਿਬ ਮਹਾਰਾਜ ਸਾਰੇ ਜਗਤ ਨੂੰ, ਸਾਰੀ ਧਰਤੀ ਨੂੰ ਮੈਂ 4 ਦਿਸ਼ਾ, 4 ਉੱਤਰ ਦੱਖਣ ਪੂਰਬ ਪੱਛਮ ਵਾਲੇ ਸਾਰੇ ਘੁੰਮ ਕੇ ਆ ਗਿਆ। ਥਕ ਆਏ ਪ੍ਰਭ ਕੀ ਸ਼ਾਮ। ਸਤਿਗੁਰੂ ਮੈਂ ਤੇਰੀ ਸ਼ਰਨ ਅੰਦਰ ਆ ਗਿਆ, ਮੈਨੂੰ ਸਮਝ ਨਹੀਂ ਪੈਂਦੀ ਮੈਂ ਕਿਵੇਂ ਤਰਿਆ ਜਾ ਸਕਾਂ। ਤੇ ਮਹਾਰਾਜ ਕਹਿੰਦੇ ਨੇ ਅਗਲੇ ਤੇਨ ਦੁਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਿਵੇਂ ਸਾਧ ਸੰਗਤ ਉਹ ਜਿਹੜੀ ਗਾਂ ਹੁੰਦੀ ਹੈ, ਜਦ ਤੱਕ ਦੁੱਧ ਦਿੰਦੀ ਹੈ ਉਹ ਤੁਹਾਡੀ ਆਪਣੀ ਹੈ, ਤੁਸੀਂ ਬਣਾ ਕੇ ਰੱਖਦੇ ਹੋ, ਉਹਨੂੰ ਬੜਾ ਸੰਭਾਲ ਰੱਖਦੇ ਹੋ, ਸਮੇਂ ਸਿਰ ਚਾਰਾ ਪਾਉਂਦੇ ਹੋ। ਕਹਿੰਦੇ ਤੇਨ ਦੁਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਦੋਂ ਉਹ ਗਾਂ ਦੁੱਧ ਦੇਣ ਵਾਲੀ ਅਸਮਰਥ ਹੋ ਜਾਵੇ, ਤੇ ਅਸੀਂ ਦੇਖਦੇ ਹਾਂ ਅਵਾਰਾ ਪਸ਼ੂ ਸਾਸੰਗ ਕਈ ਵਾਰ ਸੜਕਾਂ ਤੇ ਵੀ ਤੁਰੇ ਫਿਰਦੇ ਆ, ਕਿਉਂਕਿ ਉਹਦੀ ਕੀਮਤ ਨਹੀਂ ਹੈਗੀ। ਕੀਮਤ ਕਾਹਦੇ ਕਰਕੇ ਸੀ? ਦੁੱਧ ਕਰਕੇ ਸੀ। ਜਦ ਤੱਕ ਦੁੱਧ ਦਿੰਦੀ ਸੀ। ਇਹ ਮਨੁੱਖ ਤੈਨੂੰ ਵੀ ਮਹਾਰਾਜ ਸਮਝਾਉਣਾ ਚਾਹੁੰਦੇ, ਤੇਰੀ ਵੀ ਕੀਮਤ ਉਦੋਂ ਤੱਕ ਹੈ ਜਦ ਤੱਕ ਤੂੰ ਨਾਮ ਸਿਮਰਨ ਕਮਾਈ ਕਰਦਾ ਹੈ। ਤੇ ਜੇ ਤੂੰ ਨਾਮ ਦੀ ਕਮਾਈ ਨਹੀਂ ਕਰਦਾ ਤੇ ਤੇਰਾ ਸਰੀਰ ਵੀ ਕਿਸੇ ਦਿਨ, ਜਿਵੇਂ ਉਹਦਾ ਸਰੀਰ ਇੱਕ ਬਿਰਥ ਹੈ, ਤੇ ਮਹਾਰਾਜ ਕਹਿੰਦੇ ਫਿਰ ਤੇਰਾ ਸਰੀਰ ਵੀ ਇੱਕ ਬਿਰਥ ਹੈ। ਤੇ ਮਹਾਰਾਜ ਕਹਿੰਦੇ ਜਿਵੇਂ ਇੱਕ ਸਾਸੰਗ ਸੋਨੇ ਦੀ ਜਿਹੜੀ ਕੀਮਤ ਹੈ ਨਾ, ਇੱਕ ਡੱਬੀ ਦੇ ਵਿੱਚ ਸੋਨਾ ਪਾਇਆ ਤੇ ਸੋਨੇ ਦੀ ਕੀਮਤ, ਡੱਬੀ ਦੀ ਸੀ ਕੀਮਤ ਜਿਹੜੀ ਹੈ ਸੋਨੇ ਕਰਕੇ ਹੈ, ਤੇ ਡੱਬੀ ਦੇ ਵਿੱਚੋਂ ਸਾਸੰਗ ਸੋਨਾ ਕੱਢ ਦਿੱਤਾ ਜਾਵੇ ਤਾਂ ਕੀਮਤ ਉਹਦੀ ਕੋਈ ਨਹੀਂ ਰਹਿੰਦੀ। ਇਹ ਮਨੁੱਖ ਤੇਰੇ ਵਿੱਚੋਂ ਪਰਮਾਤਮਾ ਆਪਣੀ ਅੰਸ਼ ਖਿੱਚ ਲਾਵੇ ਤੇ ਤੇਰੀ ਵੀ ਮਿੱਟੀ ਦੀ ਕੋਈ ਕੀਮਤ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਦੀ ਕੋਈ ਕੀਮਤ ਨਹੀਂ ਹੈ। ਤੇ ਮਹਾਰਾਜ ਕਹਿੰਦੇ ਜਿਵੇਂ ਉਹ ਸਾਖ ਜਲ ਬਿਨ ਸ਼ਾਖ ਕੋਮਲਾਵਤੀ ਉਪਜੈ ਨਾਹੀ ਦਾਮ। ਜਿਵੇਂ ਉਹ ਗਾਂ ਸਾਸੰਗ ਦੁੱਧ ਤੋਂ ਬਿਨਾਂ ਅਸਮਰਥ ਹੈ, ਤੇ ਸਾਸੰਗ ਅਸੀਂ ਦੇਖਦੇ ਹਾਂ ਜਦੋਂ ਜ਼ਿਮੀਦਾਰ ਲੋਕ ਜਲ ਬਿਨ ਸ਼ਾਖ ਕੋਮਲਾਵਤੀ ਉਪਜੈ ਨਾਹੀ ਦਾਮ ਕਹਿੰਦੇ ਨੇ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ। ਜੇ ਪਾਣੀ ਸਾਸੰਗ ਖੇਤੀ ਬੀਜ ਬੀਜਿਆ, ਉਹਨੂੰ ਪਾਣੀ ਨਾ ਦਿੱਤਾ ਜਾਵੇ, ਸੁੱਕ ਜਾਵੇਗੀ, ਕਮਲਾਈ ਜਾਵੇਗੀ। ਤੇ ਮਹਾਰਾਜ ਕਹਿੰਦੇ ਫਸਲ ਨਹੀਂ ਪੈਦਾ ਹੋਣੀ, ਸੁੱਕ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਫਸਲ ਨਹੀਂ ਪੱਕਦੀ ਤੇ ਉਸੇ ਖੇਤੀ ਵਿੱਚੋਂ ਧਨ ਦੀ ਕਮਾਈ ਵੀ ਨਹੀਂ ਹੋਣੀ। ਇਸੇ ਤਰ੍ਹਾਂ ਸਤਿਗੁਰ ਨੇ ਸਾਡੇ ਸਰੀਰ ਅੰਦਰ ਰੱਖਿਆ, ਕਹਿੰਦੇ ਬਈ ਤੇਰੀ ਵੀ ਨਾਮ ਦੀ ਕਮਾਈ ਤੋਂ, ਜਲ ਰੂਪ ਤੋਂ ਬਿਨਾਂ ਇਹ ਜਿਹੜੀ ਹੈ ਸੁੱਕ ਜਾਣੀ ਹੈ, ਦੇਹ ਕਮਲਾ ਜਾਣੀ ਹੈ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਧਨ ਦੀ ਕਮਾਈ ਨਹੀਂ ਹੋਣੀ, ਤੇਰਾ ਨਾਮ ਨਹੀਂ ਲਿਆ ਜਾਣਾ ਕਿਸੇ ਨੇ, ਕਿਉਂਕਿ ਤੂੰ ਨਾਮ ਦੀ ਕਮਾਈ ਨਹੀਂ ਕੀਤੀ। ਤੇ ਮਹਾਰਾਜ ਕਹਿੰਦੇ ਨੇ ਧਨ ਦੀ ਕਮਾਈ ਨਹੀਂ ਹੋ ਸਕਦੀ, ਤੇ ਮੈਂ ਪ੍ਰਭੂ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਵੀ ਵਿਅਰਥ ਚਲਾ ਜਾਂਦਾ ਹੈ। ਹਰ ਨਾ ਮਿਲੀਏ ਸਾਜਨ ਕਤ ਪਾਈਏ ਵਿਸ਼ਰਾਮ। ਸੱਜਣ ਖਸਮ ਪ੍ਰਭੂ ਮਿਲਣ ਤੋਂ ਬਿਨਾਂ ਕਿਸੇ ਹੋਰ ਥਾਂ ਸੁੱਖ ਨਹੀਂ ਮਿਲਦੇ ਭਾਈ, ਸਾਨੂੰ ਕਿਤੇ ਵੀ ਨਹੀਂ ਮਿਲਣੇ। ਜਿਤ ਘਰ ਹਰ ਕੰਤ ਨਾ ਪ੍ਰਗਟਾਈ। ਜਿਸ ਘਰ ਹਿਰਦੇ ਰੂਪੀ ਦੇ ਅੰਦਰ ਸਾਸੰਗਤ ਕੰਤ ਪ੍ਰਗਟ ਨਹੀਂ ਹੁੰਦਾ, ਉਹ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇ, ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੇ,
ਜਿਵੇਂ ਇੱਕ ਸਾਜ ਵਿਆਹੀ ਸਾਸੰਗ ਸ਼ਿੰਗਾਰ ਕਰਕੇ ਬੈਠੇ ਰਹੇ, ਉਹਦਾ ਪਤੀ ਉਹਨੂੰ ਦੇਖੇ ਤੱਕ ਨਾ ਦੂਸਰੇ ਵੱਲ ਚਲੇ ਜਾਵੇ ਤੇ ਉਹਦਾ ਸ਼ਿੰਗਾਰ ਕੀਤੇ ਕਿਸੇ ਕੰਮ ਨਹੀਂ ਉਹਦੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹਦੇ ਬੰਦੇ ਨੇ ਨਾਮ ਦੀ ਕਮਾਈ ਨਹੀਂ ਕੀਤੀ, ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਮਾਲਕ ਉਹਦੇ ਵੱਲ ਤੱਕਦਾ ਵੀ ਨਹੀਂ ਹੈ। ਜਿੰਨੇ ਮਰਜ਼ੀ ਹੋਰ ਤੁਸੀਂ ਜਿੰਨੇ ਮਰਜ਼ੀ ਮਾਇਆ ਵੱਲ ਦੌੜ ਲਓ, ਕਿਸੇ ਵੱਲ ਦੌੜ ਲਓ, ਤੇ ਨਾਮ ਦੀ ਕਮਾਈ ਤੋਂ ਬਿਨਾਂ ਸਖਣੇ ਹਾਂ। ਤੇ ਮਹਾਰਾਜ ਕਹਿੰਦੇ ਜਿਤਕਾਰ ਹਰ ਕੰਤ ਨਾ ਪ੍ਰਗਟਈ, ਪੱਠ ਨਗਰ ਸੇ ਗਰਾਮ, ਸੁਖ ਮਿਲੇ ਵੀ ਪਿਵੇਂ ਜਿਸ ਹਿਰਦੇ ਘਰ ਵਿੱਚ ਪ੍ਰਭੂ ਪ੍ਰਤੀ ਦਾ ਨਾਮ ਵਸੇ, ਉਸਦੇ ਘਰ ਮਹਾਰਾਜ ਕਹਿੰਦੇ ਪਿੰਡ ਮੈਨੇ ਸ਼ਰੀਰ, ਗ੍ਰਾਮ ਕਹਿੰਦੇ ਨੇ ਛੋਟਾ ਜਿਹਾ ਨਗਰ, ਇੱਕ ਨਗਰ ਕਹਿੰਦੇ ਨੇ ਵੱਡੇ ਨਗਰ ਨੂੰ, ਤੇ ਜਿਹੜਾ ਪਿੰਡ ਹੁੰਦਾ ਛੋਟਾ ਜਿਹਾ ਪਿੰਡ, ਇੱਕ ਸਾਸ ਗ੍ਰਾਮ ਕਹਿ ਦਈਏ। ਮਹਾਰਾਜ ਕਹਿੰਦੇ ਉਹ ਇਉਂ ਤਪਦੇ ਨੇ, ਨਾਮ ਤੋਂ ਬਿਨਾਂ ਉਹ ਤਪਦੇ ਹੀ ਰਹਿੰਦੇ ਨੇ। ਪੱਠ ਨਗਰ ਸੇ ਗ੍ਰਾਮ, ਜਿਵੇਂ ਪੱਠੇ ਦੇ ਵਿੱਚ ਉਹ ਇੱਟਾਂ ਤਪਦੀਆਂ ਰਹਿੰਦੀਆਂ ਨੇ, ਮਿੱਟੀ ਤਪਦੀ ਰਹਿੰਦੀ ਹੈ, ਇਸੇ ਤਰ੍ਹਾਂ ਉਹ ਬੰਦੇ ਦਾ ਹਿਰਦਾ ਵੀ ਤਪਦਾ ਹੀ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਸੁੱਖ ਮਿਲੇ ਵੀ ਕਿਵੇਂ ਭਾਈ, ਤੇ ਮਹਾਰਾਜ ਕਹਿੰਦੇ ਜਿਸ ਹਿਰਦੇ ਘਰ ਵਿੱਚ ਪਤੀ ਪ੍ਰਭੂ ਨਾ ਆਵਸੇ, ਉਹਦੇ ਭਾ ਦੇ ਵਸਦੇ ਪਿੰਡ ਤੇ ਸ਼ਹਿਰ ਤਪਦੀ ਭੱਠੀ ਵਾਂਗ ਹੁੰਦੇ ਨੇ। ਸਰਬ ਸ਼ਿੰਗਾਲ ਤੰਬੋਲ ਰਸ, ਸਭ ਦੇਹੀ ਸਭ ਖਾਮ, ਸਣ ਦੇਹੀ ਸਭ ਖਾਮ। ਮਹਾਰਾਜ ਕਹਿੰਦੇ ਨੇ ਭਾਈ ਇਸਤਰੀ ਨੂੰ ਪਤੀ ਤੋਂ ਬਿਨਾਂ ਸਰੀਰ ਦੇ ਸਾਰੇ ਸ਼ਿੰਗਾਰ, ਪਾਨਾਂ ਦੇ ਬੀੜੇ ਤੇ ਹੋਰ ਰਸ ਆਪਣੇ ਸਰੀਰ ਸਮੇਤ ਵਿਅਰਥ ਦੱਸਦੇ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਇਸ ਦਿਹਾੜੇ ਨੂੰ ਮੁੱਖ ਰੱਖਦੇ ਕਹਿੰਦੇ ਨੇ ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਕਹਿੰਦੇ ਨੇ ਹਿਤਵੇਂ ਮਾਲਕ ਖਾਸ ਪ੍ਰਭੂ ਦੀ ਯਾਦ ਤੋਂ ਬਿਨਾਂ ਸਾਰੇ ਸੱਜਣ ਮਿੱਤਰ ਜਿੰਦ ਦੇ ਬੈਰੀ ਬਣ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਨੇ ਭਾਈ ਨਾਨਕ ਕੀ ਬੇਨੰਤੀਆਂ, ਕਰ ਕਿਰਪਾ ਦੀਜੈ ਨਾਮ। ਤਾਈਓ ਨਾਨਕ ਨੇ ਬੇਨਤੀ ਕੀਤੀ ਹੈ ਕਿ ਹੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਗੁਰੂਦੇਵ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਬੇਨਤੀ ਹੈ ਕਿ ਪ੍ਰਭੂ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸਕਾ ਨੇਹ ਚਲਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਹਰੀ ਆਪਣੇ ਚਰਨਾਂ ਦੀ ਮੈਨੂੰ ਜੋੜੀ, ਮਹਾਰਾਜ ਕਹਿੰਦੇ ਜੋੜੀ ਰੱਖ। ਹੋਰ ਸਾਰੇ ਆਸਰੇ ਪਰਨੇ ਨਾਸ਼ਵੰਤ ਹਨ, ਇੱਕ ਤੇਰਾ ਨਾਮ ਹੀ ਐਸਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੇ ਇੱਕ ਤੇਰਾ ਘਰ ਸਦਾ ਅਟਲ ਰਹਿਣ ਵਾਲਾ ਹੈ, ਬਾਕੀ ਸਾਰੇ ਹੀ ਸਾਧ ਸੰਗਤ ਜੀ ਨਾਸ਼ਵੰਤ ਹੋਣ ਵਾਲੇ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਿਰਹੋਂ ਦੀ ਬਾਣੀ ਦੇ ਵਿੱਚ ਸਾਧ ਸੰਗਤ 12 ਮਹੀਨਿਆਂ ਦਾ ਜ਼ਿਕਰ ਕੀਤਾ, ਪਰ ਸ਼ਬਦ ਇਹਦੇ ਵਿੱਚ 14 ਨੇ। ਆਪਾਂ ਵਿਚਾਰ ਕੀਤੀ ਹੈ ਉਹ ਇੱਕ ਸਾਧ ਸੰਗਤ ਮੰਗਲ ਰੂਪ ਚਰਨਾਂ ਦੇ ਵਿੱਚ ਕੀਤੀ ਸੀ ਪਹਿਲੇ ਸ਼ਬਦ ਦੀ। ਹੁਣ ਜਿੱਥੋਂ ਸਾਧ ਸੰਗਤ ਆਪਣੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਦੇਸੀ ਮਹੀਨਾ ਤੋਂ ਸ਼ੁਰੂ ਕੀਤਾ, ਚੇਤ ਤੋਂ ਲੈ ਕੇ ਫਲ ਤੱਕ, ਫਲ ਗੁਣ ਆਨੰਦ ਉਪਾਰਜਨਾ ਤੱਕ। ਤੇ ਮਹਾਰਾਜ ਕਹਿੰਦੇ ਭਾਈ ਤੂੰ ਚੇਤਾ ਕਿੱਥੋਂ ਆਇਆ, ਉਸ ਮਾਲਕ ਤੂੰ ਚੇਤਦਾ ਕਿਉਂ ਨਹੀਂ, ਉਸਨੂੰ ਆਰਾਧਦਾ ਕਿਉਂ ਨਹੀਂ। ਤੇ ਮਹਾਰਾਜ ਕਹਿੰਦੇ ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਘਣਾ। ਕਹਿੰਦੇ ਨੇ ਚੇਤ ਦੇ ਮਹੀਨੇ ਵਿੱਚ, ਘਣਾ ਕਹਿੰਦੇ ਨੇ ਬਹੁਤ ਸੰਘਣਾ, ਚੇਤ ਵਿੱਚ ਬਸੰਤ ਰੁੱਤ ਆਉਂਦੀ ਹੈ ਤੇ ਹਰ ਪਾਸੇ ਮਹਾਰਾਜ ਖਿੜੀ ਫੁਲਵਾੜੀ ਮਨ ਨੂੰ ਆਨੰਦ ਦਿੰਦੀ ਹੈ। ਤੇ ਜੇ ਪ੍ਰਮਾਤਮਾ ਨੂੰ ਸਿਮਰੀਏ ਤਾਂ ਸਿਮਰਨ ਦਾ ਬਰਕਤ ਨਾਲ ਬਹੁਤ ਆਤਮਿਕ ਆਨੰਦ ਮਾਣਦੇ ਹਾਂ। ਤੇ ਮਹਾਰਾਜ ਕਹਿੰਦੇ ਨੇ ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਰ ਜੀਵ ਨਾਲ ਪ੍ਰਭੂ ਦਾ ਨਾਮ ਸੱਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ, ਭਲੇ ਮਨੁੱਖਾਂ ਦੇ ਨਾਲ ਮਿਲ ਕੇ ਪ੍ਰਾਪਤ ਹੁੰਦੀ ਹੈ। ਜਿਹੜੇ ਨਾਮ ਦੇ ਰਸੀਏ ਨੇ ਕਮਾਉਂਦੇ ਨੇ, ਜਿਨ ਪਾਇਆ ਆਪਣਾ ਆਏ ਤਿਸੇ ਗਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਸ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ, ਉਸ ਦੇ ਜਨਮ ਸਬਲ ਸਮਝੋ ਜਿਸ ਨੇ ਸਿਮਰਨ ਦੀ ਸਹਾਇਤਾ ਨਾਲ ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਇੱਕ ਗੱਲ ਸਮਝਾਉਣਾ ਕਰਦੇ ਨੇ ਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਚੇਤ ਕਿਤ ਕਰਕੇ ਵਿਛੜੇ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਭਾਈ 4 ਕੁੰਟ ਦਾ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ। ਤੇ ਮਹਾਰਾਜ ਸੱਚੇ ਪਾਤਸ਼ਾਹ ਚਾਰੇ ਦਿਸ਼ਾ ਘੁੰਮ ਕੇ ਆ ਗਏ। ਇਹਦੇ ਵਿੱਚ ਇੱਕ ਸਾਖੀ ਲਿਖੀ ਹੋਈ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਦਾ ਸੰਬੰਧਤ ਹੈ, ਜਿਹੜਾ ਤੁਹਾਡੇ ਨਾਲ ਪਹਿਲਾਂ ਮੈਂ ਸਾਂਝੀ ਕਰਦਾ ਸੀ। ਸਿਆਲਕੋਟ ਦਾ ਇੱਕ ਹਮਸ਼ਗੋਸ਼ ਜਿਹੜਾ ਰਹਿਣ ਵਾਲਾ ਹੈ ਨਾ, ਤੇ ਸਾਧ ਸੰਗਤ ਜੀ ਤੇ ਗੁਰੂ ਤਰੀਕ ਖਾਲਸਾ ਦੇ ਵਿੱਚ ਲਿਖਿਆ ਹੋਇਆ, ਕਹਿੰਦੇ ਨੇ ਤੇ ਹਮਸ਼ਾ ਗੋ ਸਾਹਿਬ ਨੂੰ ਗਰਕ ਕਰਨ ਦੇ ਇਰਾਦੇ ਨਾਲ ਨਾ ਤੇ ਸਾਧ ਸੰਗਤ 40 ਦਿਨ ਦੇ ਮੱਠ ਵਿੱਚ ਬਹਿ ਗਿਆ। ਕਿਉਂ? ਇਹਨਾਂ ਲੋਕਾਂ ਨੇ, ਮੇਰੇ ਪਿੰਡ ਵਾਲਿਆਂ ਨੇ ਮੇਰੇ ਨਾਲ ਧੋਖਾ ਕੀਤਾ। ਕਿਉਂ?
ਮੇਰੇ ਕੋਲ ਪੁੱਤਰ ਦੇ ਲੈਣ ਦੀ ਦਾਤ ਆਏ ਸਨ। ਜਦੋਂ ਪੁੱਤਰ ਹੋ ਗਿਆ ਤੇ ਹੁਣ ਦੇਣ ਨੂੰ ਇਨਕਾਰ ਕਰਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਇੱਧਰਲੇ ਫੇਰੇ ਵਿੱਚ ਆਏ, ਦੁਨੀਆ ਨੂੰ ਤਾਰਨ ਹਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਆਏ ਤੇ ਆ ਕੇ ਸਾਧ ਸੰਗਤ ਜੀ ਉਹ ਦਿਖਦੇ ਨੇ ਹਮਸ਼ਾ ਕੁਛ ਨੂੰ ਆਵਾਜ਼ ਦੇ ਦਿੰਦੇ ਨੇ, ਭਾਈ ਸਾਧੂ ਪੀਰ ਜੀ ਬਾਹਰ ਆਓ। ਕਹਿਣ ਲੱਗੇ ਮੈਂ ਨਹੀਂ ਆਉਣਾ ਬਾਹਰ। ਇਹਨਾਂ ਲੋਕਾਂ ਨੇ ਮੇਰੇ ਨਾਲ ਵਿਸ਼ਵਾਸ ਕਰਦੇ, ਝੂਠੇ ਲੋਕ ਨੇ, ਮੈਨੂੰ ਘਰ ਕਰਕੇ ਬਾਹਰ ਮੈਂ ਇਹ ਪੀਰ ਜੀ ਤੁਸੀਂ ਬਾਹਰ ਆਓ। ਤੇ ਸਾਧ ਸੰਗਤ ਤੋਂ ਕਹਿਣ ਲੱਗਾ ਨਹੀਂ, ਇੱਥੇ ਸਾਰੇ ਲੋਕ ਮਾੜੇ ਨਹੀਂ ਹੈਗੇ, ਕੁਝ ਲੋਕ ਹੈਗੇ ਆ ਸੰਸਾਰ ਤੇ, ਪਰ ਸਾਰੇ ਮਾੜੇ ਨਹੀਂ ਹੋ ਸਕਦੇ। ਤੇ ਮਹਾਰਾਜ ਨੇ ਕਿਹਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਨਵਤ ਨਾਨਕ ਤਾਰੇ ਸੋਏ। ਤੇ ਹਮਸ਼ਾ ਕੋ ਜੀ ਬਾਜ ਜਾਓ, ਪਰ ਨਹੀਂ ਆਏ। ਕਹਿਣ ਲੱਗਾ ਕਿਉਂ? ਕਹਿਣ ਲੱਗਾ ਇਹਨੇ ਨੇ ਮੈਨੂੰ ਪੁੱਤਰ ਦੇਣ ਦਾ ਵਾਅਦਾ ਕੀਤਾ ਸੀ ਤੇ ਜਦੋਂ ਹੁਣ ਪੁੱਤਰ ਦੇਣ ਦੀ ਵਾਰੀ ਆਈ ਦਿੱਤਾ ਨਹੀਂ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪੈਰ ਜੀ ਹਮਸ਼ਾ ਕੋ ਜੀ ਜੇ ਤੁਹਾਨੂੰ ਪੁੱਤਰ ਦੀ ਲਾਲਸਾ ਹੈ ਤਾਂ ਫਿਰ ਗ੍ਰਸਤੀ ਜੀਵਨ ਪ੍ਰਵੇਸ਼ ਕਰ ਲੈਣਾ ਸੀ, ਤੇ ਦੂਸਰਿਆਂ ਤੇ ਕਿਉਂ ਰੱਖਦੇ ਪਏ ਹੋ? ਤੇ ਤੁਸੀਂ ਤਾਂ ਫਕੀਰ ਹੋ, ਨਾਮ ਜਪਣ ਦੀ ਬੰਦਗੀ ਕਰਨ ਦੇ ਵੇਲੇ ਆਏ ਹੋ, ਕਿਉਂ ਇਸ ਨੂੰ ਪੱਠ ਗ੍ਰਾਮ ਕਰਨ ਲੱਗੇ ਹੋ? ਕਿਉਂ ਇਸ ਪਿੰਡ ਨੂੰ ਗਰਕ ਕਰਨ ਦੇ ਤੁਲੇ ਹੋਏ ਹੋ, ਸੜਦੇ ਬਲਦੇ ਹੋ? ਨਹੀਂ ਨਹੀਂ, ਇਹ ਲੋਕ ਇਸ ਤਰ੍ਹਾਂ ਦੇ ਹੀ ਹੈ। ਤੇ ਮਹਾਰਾਜ ਨੇ ਨੇੜੇ ਹੀ ਪੀਰ ਦੇ ਮੱਠ ਨੂੰ ਮਹਾਰਾਜ ਨੇ ਕਿਹਾ ਪੁੱਤਰ, ਤੇ ਮਹਾਰਾਜ ਕਹਿੰਦੇ ਨੇ ਦੇਣ ਦਾ ਵਾਅਦਾ ਕਰਕੇ ਮੁੱਕਰ ਗਏ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਗ੍ਰਸਤ ਜੀਵਨ ਪ੍ਰਵੇਸ਼ ਕਰ ਲੈਣਾ ਸੀ, ਪਰ ਕਿੱਥੇ ਹਟ ਮੰਨਦਾ। ਸਤਿਗੁਰਾਂ ਨੇ ਸਾਧ ਸੰਗਤ ਨਗਰ ਦੀ ਸੰਗਤ ਦੇ ਬੇਨਤੀ ਕਰਨ ਤੇ ਮਹਾਰਾਜ ਮੱਠ ਦੇ ਕੋਲ ਬੈਠ ਕੇ ਵਾਹਿਗੁਰੂ ਦਾ ਉਚਾਰਨ ਕਰਨ ਲੱਗ ਪਏ, ਨਾਮ ਦੀ ਕਮਾਈ ਕਰਨ ਲੱਗ ਪਏ। ਆਵਾਜ਼ ਸੁਣੀ ਤੇ ਸਾਧ ਸੰਗਤ ਜਿਹੜਾ ਮੱਠ ਸੀ ਹਿੱਲਣ ਲੱਗ ਪਿਆ। ਪਰ ਡਰ ਆ ਗਈ, ਤੇੜਾ ਆ ਗਈਆਂ। ਹੁਣ ਡਰ ਪੈ ਗਿਆ ਕਿਤੇ ਮੈਂ ਮਰ ਨਾ ਜਾਵਾਂ। ਸਾਧ ਸੰਗਤ ਬਾਹਰ ਆ ਗਏ। ਬਾਹਰ ਆ ਕੇ ਸਤਿਗੁਰਾਂ ਨਾਲ ਬਚਨ ਵਿਲਾਸ ਕੀਤੇ, ਇਹ ਇਸ ਤਰ੍ਹਾਂ ਦਾ ਨਗਰ ਹੈ, ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਫਕੀਰ ਲੋਕ ਹੋ, ਨਾਮ ਦੀ ਕਮਾਈ ਕਰਨ ਵਾਲੇ ਹੋ, ਬੰਦਗੀ ਕਰਨ ਵਾਲੇ ਹੋ, ਤੁਹਾਨੂੰ ਇਹ ਗੱਲਾਂ ਸ਼ੋਭਾ ਨਹੀਂ ਦੇਣੀਆਂ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਜੀ ਨੇ ਪੀਰ ਦੇ ਚੇਲਿਆਂ ਨੂੰ ਕਿਹਾ ਕਿ ਪੀਰ ਬਾਹਰ ਆ ਕੇ ਸਾਨੂੰ ਮਿਲੇ, ਪਰ ਪੀਰ ਨੇ ਮੱਠ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਜਿਉਂ ਜਿਉਂ ਉਸ ਮੱਠ ਨੂੰ ਤਰੇੜਾਂ ਆਈਆਂ ਉਹਨੇ ਆਪਣਾ ਜਾਪਿਆ ਸ਼ਾਇਦ ਮੈਂ ਅੰਦਰ ਮਰ ਨਾ ਜਾਵਾਂ, ਫਟਾਫਟ ਉਸ ਮੱਠ ਦੇ ਵਿੱਚੋਂ ਬਾਹਰ ਆਇਆ। ਤੇ ਸਾਧਕ ਕਹਿੰਦਾ ਮੈਂ ਚਲੀਸਾ ਕੱਟਣਾ ਸੀ, ਕਿਉਂਕਿ ਮੈਂ ਇਸ ਨਰਕ ਨੂੰ, ਇਸ ਗਰਾਮ ਨੂੰ, ਇਸ ਪਿੰਡ ਨੂੰ ਮੈਂ ਖਤਮ ਕਰਨਾ ਸੀ, ਕਿਉਂਕਿ ਇੱਥੇ ਝੂਠੇ ਲੋਕ ਵਸਦੇ ਨੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਹੀਂ ਵੀਰ ਜੀ ਇੱਥੇ ਝੂਠੇ ਨਹੀਂ, ਸਾਰੇ ਝੂਠੇ ਨਹੀਂ, ਕੁਝ ਹੋ ਸਕਦੇ ਨਹੀਂ। ਤੇ ਮਹਾਰਾਜ ਕਹਿਣ ਲੱਗੇ ਭਾਈ ਪਹਿਲਾਂ ਨਾ ਆਵਾਂਗਾ ਤੇ ਸਾਰੇ ਸ਼ਹਿਰ ਨੂੰ ਗਰਕ ਕਰ ਦੇਵਾਂਗਾ। ਮਹਾਰਾਜ ਨੇ ਮੱਠ ਦੇ ਨੇੜੇ ਰੱਖੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ ਬੈਠ ਕੇ। ਤੇ ਜਦੋਂ ਮੱਠ ਦੇ ਵਿੱਚ ਤੇੜਾਂ ਆਈਆਂ, ਬਾਹਰ ਆ ਕੇ ਪਹਿਲਾਂ ਤਾਂ ਨਮਸਕਾਰ ਕੀਤੀ, ਡਰ ਗਿਆ, ਕਿਉਂਕਿ ਮੌਤ ਤੋਂ ਸਾਰੇ ਬੰਦੇ ਡਰਦੇ ਨੇ। ਤੇ ਸਾਧ ਸੰਗਤ ਮੌਤ ਤੋਂ ਡਰਦੇ ਨੇ। ਬਾਹਰ ਆ ਕੇ ਆਪਣੀ ਜ਼ਿੰਦਗੀ ਨੇੜੇ ਦੇਖੀ ਤੇ ਨਠਿਆ ਆਇਆ, ਬਾਹਰ ਆਇਆ। ਤੇ ਮਹਾਰਾਜ ਨੇ ਕਹਿੰਦੇ ਭਾਈ ਹਮਸ਼ਾ ਘੋਸ਼ ਹੰਕਾਰ ਟੁੱਟ ਗਿਆ, ਜਿਹੜੇ ਹੰਕਾਰ ਵਿੱਚ ਤੂੰ ਬੈਠਾ ਸੀ ਉਹ ਟੁੱਟ ਗਿਆ। ਕਿਉਂ? ਕਿਉਂਕਿ ਉਹਨੂੰ ਤਰੇੜਾਂ ਜਦੋਂ ਦੇਖੀਆਂ, ਉਹ ਜਿਹੜੇ ਮੱਠ ਵਿੱਚ ਬੈਠਾ ਸੀ ਤਰੇੜਾਂ ਆ ਗਈਆਂ, ਮੌਤ ਨਜ਼ਦੀਕ ਲਾ ਕੇ ਲਿਖੀ ਤੇ ਫਟਾਫਟ ਉੱਠ ਕੇ ਆ ਗਿਆ। ਕਹਿਣ ਲੱਗੇ ਤੂੰ ਦੂਸਰਿਆਂ ਨੂੰ ਗਰਕ ਕਰਦਾ ਫਿਰਦਾ ਤੇ ਤੈਨੂੰ ਆਪਣਾ ਪਤਾ ਹੀ ਨਹੀਂ। ਹਮ ਆਦਮੀ ਇੱਕ ਦਮੀ ਮੋਹਲਤ ਮੌਤ ਨਾ ਜਾਣਾ, ਇੱਕ ਦਮ ਦੇ ਮਾਲਕ ਹਾਂ, ਪਤਾ ਨਹੀਂ ਕਦੋਂ ਮੌਤ ਆ ਜਾਵੇ। ਤੁਸੀਂ ਤਾਂ ਨਾਮ ਦੀ ਕਮਾਈ ਨਾਲ ਦੁਨੀਆ ਨੂੰ ਤਾਰਨਾ ਸੀ ਐ ਫਕੀਰ ਜੀ, ਤੇ ਤੁਸੀਂ ਦੁਨੀਆ ਨੂੰ ਤਾਰਨਾ ਸੀ, ਦੁਨੀਆ ਨੂੰ ਚੰਗੀ ਸੇਧ ਦੇਣੀ ਸੀ, ਪਰ ਉਲਟ ਹੋ ਗਿਆ ਤੇ ਤੁਸੀਂ ਦੁਨੀਆ ਨੂੰ ਉਲਟ ਦੇਣ ਲੱਗ ਪਏ। ਹੁਣ ਫਕੀਰ ਵੀ ਜੇ ਇਹ ਕਰਨ ਲੱਗ ਪਏ ਤੇ ਗ੍ਰਸਤੀਆਂ ਤੇ ਫਕੀਰਾਂ ਵਿੱਚ ਫਰਕ ਕੀ ਰਹਿ ਗਿਆ? ਤੇ ਸਾਧ ਸੰਗਤ ਆਪਣਾ ਉਹ ਅਧਵੱਟੇ ਛੱਡ ਕੇ ਜਿਹੜਾ ਛਿਲਾ ਜਦੋਂ ਗੁਰੂ ਬਾਹਰ ਵਿੱਚ ਆਇਆ ਤੇ ਹੰਕਾਰ ਟੁੱਟ ਗਿਆ, ਸਤਿਗੁਰ ਦੇ ਚਰਨਾਂ ਵਿੱਚ ਢਹਿ ਪਿਆ। ਮਹਾਰਾਜ ਨੇ ਬੜੇ ਆਦਰ ਨਾਲ ਕੋਲ ਬਿਠਾ ਕੇ ਸਾਈਂ ਜੀ ਫਕੀਰੀ ਦੀ ਗਰੀਬੀ ਨੇ ਨਿਮਰਤਾ ਦਾ ਨਾਮ ਹੈ, ਰੱਬ ਦੇ ਪਿਆਰਾਂ ਨੂੰ ਕ੍ਰੋਧ ਸ਼ੋਭਾ ਨਹੀਂ ਦਿੰਦਾ। ਰੱਬ ਦੇ ਪਿਆਰਾਂ ਨੂੰ ਕਦੇ ਵੀ ਕ੍ਰੋਧ ਜਿਹੜਾ ਉਹ ਸ਼ੋਭਾ ਨਹੀਂ ਦਿੰਦਾ। ਤੇ ਮਹਾਰਾਜ ਕਹਿੰਦੇ ਬੱਚਿਆਂ ਦੀ ਲਾਲਸਾ ਜੀ ਤਾਂ ਗ੍ਰਸਤੀ ਜੀਵਨ ਕਰ ਲੈਣਾ ਸੀ, ਫਿਰ ਇਹਨਾਂ ਨੂੰ ਗਰਕ ਦਾ ਕਰਨ ਦੀ ਲੋੜ ਸੀ? ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਇਹ ਇਸ ਤਰ੍ਹਾਂ ਨਹੀਂ ਹੈਗਾ, ਫਕੀਰ ਜੀ ਇਸ ਤਰ੍ਹਾਂ ਨਹੀਂ ਹੈਗਾ। ਤੇ ਸਾਧ ਸੰਗਤ ਫਕੀਰੀ ਧਾਰਨ ਕਰਕੇ ਬੱਚਿਆਂ ਦਾ ਮੋਹ ਕਿਹਾ ਤੂੰ ਮਰਨ ਤੋਂ ਡਰਦਾ ਹੈ, ਪਰੰਤੂ ਇੱਥੋਂ ਦੇ ਸ਼ਹਿਰ ਵਿੱਚ ਐਸੇ ਵੀ ਹਨ ਜਿਨ੍ਹਾਂ ਨੇ ਮਰਨਾ ਸੱਚ ਜਾਣਿਆ। ਮਹਾਰਾਜ ਨਹੀਂ ਹੈਗੇ ਸੀ,
महाराज कहते इस तरह है, जा मर्दानिया एक टका ले जाके इस नगर दे विचों खरीद के लिया, या लिख के लिया कि मरना सच है या जोना झूठ है। चले गया मर्दाना सासंग मूले खतरी दे कोल चला गया, घूमदा कमाया हट्टी कोल चले गया। कहने लगा मैनू सौदा दो, कहता केड़ा? कहने लगा लिख के दियो भी दो है, जीना सच है या मरना सच है। ते सासंग उसने लिख दिता जीवना झूठ है ते मरना सच है। कहने लगे ये पहली बार मेरे को गाहक आया, इहो जिहा गाहक आया जिन्हें इहो जिहे सवाल पुछिया मेरे को आके। बाकी सौदे लैन आउंदे ने, कोई कुछ लैन आउंदा, कोई कुछ लैन आउंदा, पर एक इहो जिहा फकीर है अपने जिन्हें अपने चेले नूं भेज दिता। ते कहने लगे तेरे फकीर दा, तेरे गुरु दा नाम की है? कहंदे उहनूं गुरु नानक कहंदे ने, गुरु नानक फकीर कहंदे ने। ते सासंग मर्दाने दी गल्लां तो बड़ा भावुक होया। ते सा मूला खतरी वो भी कहने लगा मैं भी देखा तो सही जाके जिस गुरु ने अपने चेले नूं यह चीज़ लैने भेजी है, अज तक मैं कदी दी हट्टी ते इहो जी चीज़ देखी नहीं सी। जीवना ते सासंग झूठ ते मरना सच। हुण उन्हें सासंग मूले खतरी ने लिख दिता ते आप भी नाल शटर दुकान बंद करके ते सासंग तुर पिया नाल। गुरु नानक दे चरणों दे विच जाके सासंग मत्था टेकिया, सारी संगत नमस्कार करके बैठी सी। हमशा घोष ने बुला रहा, कहते हमशा घोष इस नगर दे विचों ही आ देख तेरे सामने आ गया, मैं लैण भेजिया सी। इहदे विच लिखिया जीवना झूठ ते मरना सच। ते सासंगत हुण इदां दे फकीर दे दर्शन करके, गुरु नानक दे दर्शन करके तक के जिहड़ा मूला खतरी सी साहब बड़ा प्रभावित होया, मन लग गया। कहण लगे गुरु जी मैनू भी शिशु बना लो, मैनू भी नाल रख लो। गमशा हमशा घोष दा उहदा हंकार तोड़िया, उहनूं सिख बनाया सासंगत जी। कहण लगे सब दा भला मंगीदा, बुरा नहीं मंगीदा कदी भी। फकीरा दा काम हुंदा सब दा भला मंगना, सरबत दा भला मंगना, किसी दा बुरा नहीं चितदा, क्रोध नहीं आते मन विच। बंदगी कर, नाम जप, गुरु दा सासंगत गुरु नानक दे दर्शन करके हमशा घोष दा हंकार टुटिया, सतगुरां ते चरनी ढह पिया। ते सासंगत अगे तो पढ़न लिया, सतगुरु मैं निरंकार दी बनाई हुई दुनिया नूं कदी माड़ा नहीं कहूँगा। अज तो किरत करांगा, सब नाल प्यार करांगा, नाम दी कमाई करांगा, सब दा भला करांगा। सिख बन गए सासंगत। दूसरे बल्ले खतरी मूला जिहड़ा सी सासंग वो भी प्रभावित बड़ा होया। कहने लगा मैनू भी सिख बना लो। कहने लगे सिख बनना सौखी गल नहीं है, चेला बनना सौखी गल नहीं है। महाराज मैनू भी दात रखो, मैनू भी नाल रखो। कहने लगा रह लूँगा। कहने लगे हाँ महाराज नाल रह लूँगा। कुछ दिन साध संगत गुरु नानक देव महाराज जी नाल तुर पिया। जो महाराज जी नाल तुर पए ना साध संगत, ते कुछ दिन बीतण तो बाद ते महाराज ने एक कौतक रचिया। ते देखदे ये अपने कौतक विच सफल हुंदा है कि नहीं हुंदा, क्योंकि गुरु ने प्रीख्या लैनी, अपने चेले नूं परख करनी है कि सच्चा है कि नहीं है। ते सासंग खतरी मूले नूं कहण लगे, गुरु नानक देव सच्चे पातशाह कहण लगे बई तेरे घर दे विच किसे लोग गवांढियां ने चुगली कर दित्ती है कि जिहड़ा भाई गुरु नानक आया सी, कोई फकीर आया सी ना जिहड़े नाल एक रवाब वाला सी मर्दाना, उहदे नाल तेरा पति गया सीगा। हाँ कहण लगे उन्हां नाल जाके तेरे पति दे साथ वो सवास पूरे हो गए ने, मर गया है। किसी ने ऐसी चाल चली, ऐसा कमाया। तो सासंग उन्हें जो क्या गुरु नानक महाराज जी ने मैं मूले खतरे नूं कि तेनू एक तेरा ढंडोरा पटा दिता है कि तू मर गया। कहने लगे जी नहीं नहीं फटाफट चलो जी, फटाफट चलो। तो सासंग मैनू फटाफट घर बचाओ, नहीं तो उत्थे बहन पैने शुरू हो जाने आ। तो सासंगत गुरु नानक महाराज जी ने उन्होंने नगर छड्ड दिता। कहने लगे महाराज असीं फिर आवांगे। महाराज कहने लगे असीं फिर आवांगे। मूले खतरे तैयार नहीं। हुण सास घर आके देखा तो सब कुछ सही सीगा। कहने लगे मैं तो जीता हाँ। तो सासंगत हुण घर वाली देखा 15-20 दिन बाद आया है, तो हुण नहीं इहनूं जाण देना, इहनूं काम कार ला लिया, हट्टी ते ला लिया, फिर काम करन विच पै गया, अपने काम कारां विच पै गया। हट्टी बंद करके सासंगत घर गया। तो सासंग उधरों गुरु नानक देव महाराज जी ते भाई मरदाना जी ते नाल फिर लैण आए। कहण लगे इत्थे मेरा मित्र बड़ा प्यारा रहिंदा सी ग्राम विच, बड़ा प्यारा, जिन्हें लिख के दिता सी जीना झूठ ते मरना सच। मूले खतरी इत्थे मेरा मूले नाम दा एक खतरी बड़ा प्यारा मित्र रहिंदा आ। मरदानिया चल नूं नाल चलीए, कहंदा सी थोड़े दिन रह के मैं नाल चलनागा। अज आया, ओहदे घर वाली ने जो देखा बूहा खड़काया, कौन है?
कहने लगे नानक फकीर आया है, गुरु नानक आया है, मूले खतरी नाल लैन आए हैं। तो सासंग घर वाली ने उस वेले एक चाल खेडी, मैं नहीं भेजना इस फकीर नूं, क्योंकि मोह की बत्ती हुई सी, प्रेम की बत्ती हुई सी। ते प्रेम की बत्ती ने सासंग मोह की बत्ती ने कह लगे तो बच्चों तो दूर है, की पता ये फकीर कित्थे कित्थे तक लै जाण, इन्हां नूं की पता कित्थे तक लै जाण सासंग, पता नहीं। मैं सुनिया ये तो 2-2 साल घर नहीं बढ़ते, 5-5 साल घर नहीं बढ़ते, मेरे पति ने कित्थे लै जाणगे। उन्हें आख्या पति नूं थोड़ा जिहा घूर के आख्या, कह लगे तू अंदर वड़ जा, मैं आपे जवाब दे दिंदी। ते सासंग नूं अंदर पाथियां वाले अंदर वाड़ दिता। गुरु नानक ने आवाज़ दी, सच्ची सरकार ने आवाज़ दी, कह लगे मूलिया कित्थे आ जा, बाहर भी चलीए। कह लगे जी मूला घर नहीं हैगा। दूसरी बार फिर दी। हुण गुरु नानक दा जाणी सी कट कट के अंतर की जानत भले बुरे की, पीर पछाणत सारी जानण वाले सी। ते सासंग जदों आवाज़ दी ते आवाज़ दे के जदों आख्या मूलिया चलीए आ जा भाई, घर वाली कहन लगी फकीर जी तुहानूं क्या है ना, है नहीं। कहते साधु बोले सहज सुभाए, साध का बोलिया बिरथा ना जाए। जो इन्नी गल कही है नहीं, महाराज कहते हुण है नहीं। फिर जो कहते है नहीं ते सासंग कहते उस पाथियां वाले कमरे दे विचों सप काला नाग निकलिया ते सासंग मूले खतरी दे लड़ गया। जो लड़ गया ना तो सासंगत फिर मंजी ते महाराज ते चले गए, अगे गए। तो जब देखिया मूला खतरी के मूँह के अग निकली, मरण तक आ गया। फटाफट मंजी ते पा के लट्ठे गए। कहने लगे उसकी घर वाली गुरु नानक के चरण फड़ ले, महाराज मेरे तो गलती हो गई, मैं झूठ बोली सी, मैं मोह के प्यार दे विच बंधे, मैं अपने घर वाले दूर ना जाण दे, मैं चाल खेडी सी। मैं क्या भी फकीरां दा पता नहीं, फकीर किन्नी किन्नी दूर चले जाते हैं, किन्ने किन्ने साल ही मुड़ते, तो मैं अपने घर वाले तो बिना ज़्यादा दिन दूर नहीं रह सकती। इस करके मैं महाराज मैं तुहानूं झूठ बोल गई, घर विच है नहीं। तो महाराज हुणे उन्होंने बख्श लो, कृपा कर। वो मूला खतरी भी कहने लगा मैनूं बख्श लो। महाराज कहते नहीं, समा आ गया। कहने लगे हुण तैनूं असीं 10वें जामे विच मिलांगे, हुण 10वें जामे विच तेरा आधार करांगे, तैनूं भी पता लगेगा ये हुण जूनां दा जिहड़ा कर्म करके विछड़े, जदों विछड़दे ने तो फिर किन्नियां जूनां, जदों 84 लाख जून शुरू हो जाती है, वो कदे साध संगत मिर्ग की जून विच पैंदा, सवान की जून विच पैंदा। तो महाराज 83,99,999 जूनों तो बाद मानस देही मिलती है। तो जो 10वां जामे विच असीं आवांगे ना, फिर तेरा आधार करांगे, फिर तेरे नाल मिलाप करांगे। तो महाराज कहंदे ने, महाराज सच्चे पातशाह कहंदे सच्चे सतगुर दे नाल कीता होया धोखा, कीता होया फरेब, सच्चे साधु की संगत कीती हुई ते सासंग तार दिंदी। पर जे उन्हें फरेब धोखा करे तो फिर किन्ने जन्म पिछे चाके मारदी, पता ही नहीं किन्ने जन्म बिछड़े, बहुत जन्म बिछड़े थे माधो, ये जन्म तुम्हारे लेखे, कह रविदास आस लग जीवो, चिर भयो दर्शन देखे। ते सतगुरु सच्चे पातशाह महाराज जी सासंग जो 10वें जामे दे विच आए, ते सासंग गुरु गोबिंद सिंह महाराज जी जिथे आप हजूर साहब जाने आ, उत्थे एक शिकार काट गुरुद्वारा है। ते सासंग अपने सिखां नूं कहा बई चलो आ शिकार करके लिए। एक शहर दी जून दे विच वो मूला खतरी सी सासंग। ते 10वें पातशाह ने सासंग गुरु ग्रंथ साहब विच एक पंक्ति आउंदी है, मरण ना जापै मूलिया आवे किते थाए। 12 ਦੇ ਵਧੀਕ ਵਿੱਚ ਆਉਂਦੀ ਏ ਤੇ ਕਹਿੰਦੇ ਉਹ ਮੂਲਾ ਖਤਰਾ ਜਿਹੜਾ ਸਤਿਗੁਰ ਦੇ ਸਾਧ ਸੰਗਤ ਤੋਂ ਸਰਾਪਿਆ ਗਿਆ, ਝੂਠ ਬੋਲਿਆ, ਘਰ ਵਾਲੀ ਨੇ ਝੂਠ ਬੋਲਿਆ, ਉਹਨੂੰ ਕਿੰਨੀ ਸਜ਼ਾ ਮਿਲੀ। ਉਹ ਸਜ਼ਾ ਦਾ ਸਾਸੰਗ ਕਿੰਨੇ ਜਨਮ ਵਿਛੜੇ ਪੈ, ਗੁਰੂ ਤੋਂ ਵਿਛੋੜਾ ਹੋ ਗਿਆ। ਤੇ ਸਾਸੰਗ ਉਹਨੇ ਤਾਂ 10ਵੇਂ ਜਾਮੇ ਦੇ ਵਿੱਚ ਸਾਸੰਗ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣਾ ਇੱਕ ਤੀਰ ਬਖਸ਼ ਕੇ ਉਹਨੂੰ ਸ਼ਹਿ ਦੀ ਜੂਨ ਦੇ ਵਿੱਚੋਂ ਸਾਧ ਸੰਗਤ ਪਰੇ ਕਰ ਦਿੱਤਾ, ਪਾਪ ਮੁਕਤ ਕਰ ਦਿੱਤਾ। ਤੇ ਅਸੀਂ ਕਿੰਨੇ ਜਨਮਾਂ ਦੇ ਵਿਛੜੇ ਹੋਏ ਆ, ਅਸੀਂ ਸਤਿਗੁਰ ਦੇ ਨਾਲ ਕਦੋਂ ਜੋੜਾਂਗੇ, ਅਸੀਂ ਸਤਿਗੁਰ ਤੇ ਵਿਸ਼ਵਾਸ ਕਦੋਂ ਕਰਾਂਗੇ, ਅਸੀਂ ਸਤਿਗੁਰ ਦੀ ਬਾਣੀ ਨਾਲ ਪ੍ਰੇਮ ਕਦੋਂ ਕਰਾਂਗੇ। ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ पूरे के गुण गाओ। सतगुरु सच्चे पातशाह जिन पाया प्रभ अपना आए तिसै गणा, जिन्हें प्रभु नूं पा लिया साध संगत। कहंदे ने जिन पाया प्रभ अपना, वो मूले ने सोड़िए गलती कीती सी साध संगत, उन्होंने किन्ने जन्म भोगने पै गए। ते साध संगत तो रोज़ झूठ बोलते हैं, दूर जाने, किन्ने जन्म असीं विछड़ गए, उन्होंने तो पता ही नहीं। कई जन्म हम कीट पतंगा पता नहीं, कई इन्ने बारी कीड़े बने, पतंगे बने आ, हाथी बने आ, घोड़े बने आ,
ਤੇ ਮਹਾਰਾਜ ਕਹਿੰਦੇ ਉਹ ਜਦੋਂ ਸ਼ਹਿ ਦੇ ਜੂੰ ਦੇ ਵਿੱਚ ਉਹ ਸਾਸੰਗ ਮਾਰਿਆ ਤੀਰ, ਉਹਦੀ ਨਿਕਲੀ ਆਤਮਾ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹੱਥ ਜੋੜ ਕੇ ਖੜ ਗਈ। ਉਹ ਭਾਈ ਮੂਲਾ ਤੇ ਮੂਲਾ ਖੱਤਰੀ ਤੇ ਸਿੱਖਾਂ ਨੇ ਪੁੱਛਿਆ, ਮਹਾਰਾਜ ਅੱਗੇ ਤੁਸੀਂ ਵੱਡੇ ਵੱਡਿਆਂ ਦਾ ਸ਼ਿਕਾਰ ਕਰਦੇ ਹੋ, ਅੱਜ ਇਹ ਸ਼ਹਿ ਦਾ ਨਿੱਕੇ ਜਿਹੇ ਦਾ ਕਿਉਂ ਸ਼ਿਕਾਰ ਕੀਤਾ? ਕਹਿਣ ਲੱਗੇ, ਗੁਰਸਿੱਖੋ ਇਹ ਪਹਿਲੇ ਜਾਮੇ ਦੇ ਵਿੱਚ ਕੁਝ ਕਰ ਬੈਠਾ ਸੀ, ਸਾਡੇ ਤੋਂ ਮਿੱਤਰਤਾ ਸੀ, ਬੜੀ ਮਿੱਤਰਤਾ ਸੀ, ਪਰ ਇਹਦੇ ਵਿੱਚ ਐਸੀ ਗਲਤ ਫਹਿਮੀ ਪੈਦਾ ਹੋ ਗਈ ਤੇ ਇਸ ਕਰਕੇ ਸਾਡੇ ਤੋਂ ਵਿਛੜ ਗਿਆ ਸੀ। ਫਿਰ ਤੜਪਦਾ ਸੀ, ਅਸੀਂ ਬਚਨ ਕੀਤਾ ਸੀ ਇਹਨਾਂ ਨੂੰ, ਇਹ ਮੂਲਾ ਖੱਤਰੀ ਹੈ। ਅੱਜ ਇਸ ਮੂਲੇ ਖੱਤਰੀ ਨੂੰ ਅਸੀਂ ਕਿਹਾ ਸੀ 10ਵੇਂ ਜਾਮੇ ਵਿੱਚ ਆਧਾਰ ਕਰਾਂਗੇ, ਇਹਦਾ 10ਵਾਂ ਜਾਮੇ ਦੇ ਵਿੱਚ ਆਏ ਹਾਂ। ਤੇ ਸਾਧ ਸੰਗਤ ਉਹਦੀ ਜਿਹੜੀ ਸ਼ਹਿ ਦੀ ਜੂਨ ਵਿੱਚੋਂ ਕੱਢ ਕੇ ਸਤਿਗੁਰਾਂ ਨੇ ਮੁਕਤ, ਆਪ ਮੁਕਤ ਮੋਹਿ ਤਾਰੇ, ਉਹ ਆਪ ਮੁਕਤ ਸੀ, ਉਹਨੇ ਮੁਕਤ ਕਰ ਦਿੱਤਾ। ਤੇ ਮਹਾਰਾਜ ਕਹਿੰਦੇ ਅਸੀਂ ਵੀ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਮਹਾਰਾਜ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ, ਜਿਹਨੇ ਪ੍ਰਭੂ ਨੂੰ, ਜਿਹਨੇ ਆਪਣੇ ਪ੍ਰਭੂ ਨੂੰ ਪਾ ਲਿਆ ਤੇ ਮਹਾਰਾਜ ਕਹਿੰਦੇ ਉਹ ਬਖਸ਼ੇ ਗਏ, ਭੁੱਲੇ ਗਏ, ਉਹਨਾਂ ਦੀ 84 ਕੱਟੀ ਗਈ, ਉਹ ਸਦਾ ਲਈ ਮੁਕਤ ਹੋ ਗਏ। ਤੇ ਮਹਾਰਾਜ ਕਹਿੰਦੇ ਇੱਕ ਇੱਥੇ ਸਾਧ ਸੰਗ ਮਤਿਆਸਕ, ਇੱਕ ਮਤਿਆਸਕ ਵੀ ਕਥਾ ਜੁੜਦੀ ਪਈ ਹੈ। ਤੇ ਗੁਰੂ ਤੋਂ ਬਿਨਾਂ, ਪੂਰੇ ਗੁਰੂ ਤੋਂ ਬਿਨਾਂ ਕੋਈ ਨਹੀਂ ਦੱਸਦਾ ਮੁਕਤੀ 84 ਕਿੱਥੇ ਕਰਨੀ ਹੈ। ਸ਼ਿਵ ਪੁਰਾਣ ਦੇ ਵਿੱਚ ਇੱਕ ਸਾਧ ਮਤਿਆਸਕ ਕਥਾ ਆਉਂਦੀ, ਮੈਂ ਵੀ ਸਾਂਝੀ ਕਰਦਾ ਜਾਵਾਂ, ਪਰ ਇਹ ਗੁਰਮਤ ਨਹੀਂ, ਪਰ ਉਹਦੇ ਵਿੱਚ ਸਿੱਖਿਆ ਲੈਣੀ ਆ ਕਿ ਗੁਰੂ ਤੋਂ ਬਿਨਾਂ ਕੋਈ ਤਾਰ ਨਹੀਂ ਸਕਦਾ। ਤੇ ਕਹਿੰਦੇ ਨੇ ਇੱਕ ਦੇਵਤਿਆਂ ਦੀ ਮਹਿਫਲ ਦੇ ਵਿੱਚ ਸਾਧ ਸੰਗਤ ਇੱਕ ਨਾਰਾਇਣ ਨਾਮ ਦਾ ਇੱਕ ਸਿੱਖ ਸੇਵਕ ਸੀ, ਸ਼ਿਵ ਜੀ ਦਾ ਉਪਾਸ਼ਕ ਸੀ। ਉਹ ਦੇਵਤਿਆਂ ਦੀ ਸਭਾ ਵਿੱਚ ਰਹਿੰਦਾ ਸੀ ਤੇ ਦੇਵਤਿਆਂ ਨਾਲ ਬੜੇ ਪਿਆਰ ਕਰਦੇ ਸੀ, ਪਰ ਜਦੋਂ ਉੱਠ ਕੇ ਚਲੇ ਜਾਂਦਾ ਸੀ ਜਿਸ ਥਾਂ ਤੇ ਉਹ ਨਾਰਾਇਣ ਬਹਿੰਦਾ ਸੀ ਤੇ ਕੀ ਕਰਦੇ ਸੀ ਉਹ ਦੇਵਤੇ ਤੇ ਸਾਧ ਸੰਗਤ ਉਹਦੀ ਮਿੱਟੀ ਚੱਕ ਕੇ ਬਾਹਰ ਦੂਰ ਜਾ ਕੇ ਸੁੱਟ ਦਿੰਦੇ ਸੀ। ਕਿੰਨੇ ਸਾਲ ਬੀਤ ਗਏ ਤੇ ਇੱਕ ਦੇਵਤੇ ਨੇ ਉਹਨੂੰ ਕਹਿਣ ਲੱਗਿਆ, ਤੈਨੂੰ ਪਤਾ ਜਿਸ ਮਹਿਫਲ ਵਿੱਚ ਜਾਣਾ, ਜਿਸ ਦੇਵਤਿਆਂ ਵਿੱਚ ਬੈਠਾ, ਮੋਰੇ ਤੇਰੇ ਆਦਰ ਕਰਦੇ ਨੇ, ਪਿੱਛੋਂ ਜਾ ਕੇ ਤੂੰ ਦੇਖੀ ਸੀ ਤੇਰਾ ਕਿੰਨਾ ਨਾਰਾਦਰ ਕਰਦੇ ਨੇ। ਕਹਿਣ ਲੱਗੇ ਕਿਉਂ? ਜਦ ਤੱਕ ਤੁਸੀਂ ਆਪਣੇ ਗੁਰੂ ਨੂੰ ਪੂਰੇ ਨੂੰ ਪਾ ਨਹੀਂ ਲੈਣਾ, ਗੁਰੂ ਤੋਂ ਬਿਨਾਂ ਤੁਹਾਨੂੰ ਸੋਝੀ ਕਿਸੇ ਨੇ ਦੇਣੀ, 84 ਕਿੱਦਾਂ ਕੱਟੀ ਜਾਣੀ ਹੈ? ਗੁਰੂ ਤੋਂ ਬਿਨਾਂ ਨਹੀਂ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਿਨਾਂ ਕੋਈ ਸਮਝ ਨਹੀਂ ਆਉਣੀ ਤੁਹਾਨੂੰ। ਉਹ ਸਾਧ ਸੰਗਤ ਜਿਹੜਾ ਨਾਰਾਇਣ ਨਿਸ਼ੀ ਸੀ ਉਹ ਜਾਣਦਾ ਸੀ ਤੇ ਸਾਧਨ ਇੱਕ ਵਾਰ ਕਿਸੇ ਨੇ ਕਹਿ ਦਿੱਤਾ, ਕਹਿੰਦੇ ਜਦੋਂ ਤੂੰ ਜਾਣਾ ਹੈ ਨਾ ਤੇ ਉਦੋਂ ਤੇਰੇ ਪਿੱਛੋਂ ਕੀ ਕਰਦੇ ਨੇ, ਜਿਹੜੇ ਸਾਰੇ ਦੇਵਤੇ ਪਹਿਲੇ ਤੈਨੂੰ ਨਮਸਕਾਰ ਕਰਦੇ ਨੇ, ਬਾਅਦ ਵਿੱਚ ਤੇਰੀ ਮਿੱਟੀ ਚੱਕ ਕੇ ਜਿੱਥਾਂ ਬੈਠਾ ਹੁੰਨਾ ਉਹ ਮਿੱਟੀ ਚੱਕ ਕੇ ਬਾਹਰ ਸੁੱਟ ਜਾਂਦੇ, ਪਰੇ ਛੱਡਦੇ ਨੇ। ਤੇ ਸਾਧ ਇੱਕ ਤੂੰ ਦੇਖੀ ਸਹੀ, ਹੁਣ ਮਨ ਵਿੱਚ ਵਿਚਾਰ ਬਣਾਇਆ ਕਿ ਇਹ ਸੱਚ ਕਹਿੰਦਾ ਹੈ, ਮੇਰਾ ਬਾਹਰੋਂ ਤਾਂ ਬੜਾ ਸਤਿਕਾਰ ਕਰਦੇ ਨੇ। ਕਈ ਵਾਰ ਅਸੀਂ ਦੇਖਿਆ ਕਈ ਲੋਕਾਂ ਦਾ ਬਾਹਰੋਂ ਬੜਾ ਸਤਿਕਾਰ ਕਰਦੇ ਆ, ਪਰ ਅੰਦਰ ਜਦੋਂ ਚਲੇ ਜਾਂਦਾ ਤੇ ਅਸੀਂ ਉਹਦੇ ਪਿੱਠ ਵਿੱਚ ਇੰਨੀਆਂ ਚੁਗਲੀਆਂ ਕਰਦੇ ਆ, ਜੋ ਨਹੀਂ ਵੀ ਕਹਿਣਾ ਸੀ ਉਹ ਵੀ ਉਹਦੇ ਤੇ ਕਲੰਕ ਲਾ ਦਿੰਦੇ ਕਰ ਦਿੰਦੇ ਆ। ਤੇ ਸਾਧ ਸੰਗਤ ਹੁਣ ਇੱਕ ਦਿਨ ਹੋਇਆ ਮਹਿਫਲ ਭਰੀ ਹੋਈ ਤੇ ਸਾਧ ਸੰਗਤ ਨੂੰ ਜਿਵੇਂ ਦੱਸਿਆ ਸੀ ਇੱਕ ਮਾਈ ਪਰਖਤ ਕੇ ਦੇਖੀ। ਤੇ ਜਦੋਂ ਗਿਆ ਤੇ ਸਾਧ ਸੰਗਤ ਹੁਣ ਸਾਰਿਆਂ ਨੇ ਜੀ ਆਇਆ ਆਦਰ ਕੀਤਾ, ਬੈਠੇ ਰਹੇ। ਤੇ ਸਾਧ ਸੰਗਤ ਜਦੋਂ ਦੇਖਿਆ ਚੱਲਾਂ ਤੇ ਜਦੋਂ ਥੋੜਾ ਅੱਗੇ ਗਿਆ ਤੇ ਸਾਧ ਸੰਗਤ ਦੇਵਤੇ ਮਿੱਟੀ ਚੱਕਣ ਲੱਗੇ ਸੀ ਉਹ ਥਾਂ ਤੇ ਇੱਕਦਮ ਪਲਟ ਕੇ ਦੇਖਿਆ, ਕਹਿਣ ਲੱਗੇ ਮੂੰਹ ਤੇ ਤੁਸੀਂ ਇੰਨਾ ਸਤਿਕਾਰ ਕਰਦੇ ਪਏ ਹੋ ਤੇ ਬਾਹਰ ਵਿੱਚ ਆ ਮਿੱਟੀ ਚੱਕ ਕੇ ਕਹਿਣ ਲੱਗੇ ਇਸ ਕਰਕੇ ਰੱਖੀ ਹੈ ਕਿਉਂਕਿ ਤੂੰ ਨੇ ਗੁਰਾ ਹੈ, ਜੇ ਤੂੰ ਗੁਰੂ ਵਾਲਾ ਨਹੀਂ ਬਣਿਆ, ਜਦ ਤੱਕ ਤੂੰ ਗੁਰੂ ਵਾਲਾ ਨਹੀਂ ਬਣੇਗਾ ਉਹ ਤੱਕ ਇਦਾਂ ਹੀ ਹੁੰਦੀ ਰਹੇਗੀ। ਕਿਉਂ? ਮਾਰੇ ਨੇ ਗੁਰੇ ਕਾ ਨਾਮ ਹੈ ਬੁਰਾ, ਨੇ ਗੁਰੇ ਦਾ ਨਾਂ ਲੈਣਾ ਬੁਰਾ ਆ। ਜਦ ਤੱਕ ਤੂੰ ਗੁਰੂ ਨੇ ਧਾਰਨ ਕਰਦਾ, ਹੁਣ ਮਨ ਵਿੱਚ ਸੱਟ ਵੱਜੀ ਕਿਉਂਕਿ ਦੇਖ ਲਿਆ, ਅੱਖੀ ਦੇਖ ਲਿਆ ਕਿ ਮਹਿਫਲ ਵਿੱਚ ਬਾਹਰੋਂ ਤਾਂ ਮੇਰਾ ਬੜਾ ਸਤਿਕਾਰ, ਜਦੋਂ ਗੁਰੂ ਵਾਲਾ ਬਣ ਕੇ ਸਾਧਨ ਗਿਆ ਤੇ ਅੱਜ ਸਾਰਿਆਂ ਨੇ ਸਤਿਕਾਰ ਕੀਤਾ, ਕਿਸੇ ਨੇ ਮਿੱਟੀ ਨਹੀਂ ਪੁੱਟੀ। ਤੇ ਇੱਕ ਦੇਵਤੇ ਨੇ ਵਿੱਚੋਂ ਪੁੱਛ ਲਿਆ, ਕਹਿਣ ਲੱਗੇ ਤੇਰਾ ਗੁਰੂ ਕਿਹੜਾ ਆ? ਉਹਨੇ ਕਹਿਣ ਲੱਗਾ ਸਾਸਾਂ ਗੁਰੂ ਧਾਰਨ ਕੀਤਾ ਆ। ਕਹਿਣ ਲੱਗੇ ਗੁਰੂ ਤਾਂ ਧਾਰਨ ਕੀਤਾ, ਗੁਰੂ ਦੇ ਅੰਦਰ ਸ਼ੰਕਾ ਵੀ ਪੈਦਾ ਹੋ ਗਈ। ਜਦੋਂ ਸਾਡੀ ਸ਼ੰਕਾ ਪੈਦਾ ਹੁੰਦੀ ਨੇ ਕਿਰਤ ਕਰਮ ਕੇ ਵਿਛੜੇ, ਉਹ ਅਸੀਂ ਵਿਛੜ ਜਾਂਦੇ ਫਿਰ ਅਸੀਂ, ਕਿਉਂਕਿ ਸਾਨੂੰ ਸ਼ੰਕਾ ਪੈਦਾ ਹੋ ਗਈ। ਕਹਿਣ ਲੱਗੇ ਗੁਰੂ ਤਾਂ ਧਾਰਨ ਕੀਤਾ, ਪਰ ਲੇਕਿਨ ਉਹ ਕੌਣ ਸੀ? ਇੱਕ ਬਹੁਤ ਗਰੀਬ ਜਿਹਾ ਮੱਛੀਆਂ ਫੜਨ ਵਾਲਾ ਚੂਰ ਮੈਂ ਆਪਣੇ ਗੁਰੂ ਬਣਾ ਬੈਠਾ ਹਾਂ। ਉਹ ਕਹਿਣ ਲੱਗੇ ਸਾਰੇ ਦੇਵਤਿਆਂ ਨੇ ਫਿਰ ਲਾਹਣਤਾਂ ਪਾ ਦੀਆਂ। ਕਹਿਣ ਲੱਗੇ ਗੁਰੂ ਵੀ ਧਾਰਨ ਕੀਤਾ ਆ ਤੇ ਗੁਰੂ ਦੀ ਸ਼ੰਕਾ ਵੀ ਕਰਦਾ ਪਿਆ ਆ। ਤੇ ਜਿਹੜਾ ਬੰਦਾ ਗੁਰੂ ਤੇ ਸ਼ੰਕਾ ਕਰੇ, ਸਾਧ ਸੰਗਤ ਜਿਵੇਂ ਗੁਰੂ ਨਾਨਕ ਤੇ ਇੱਕ ਸ਼ੰਕਾ ਕੀਤੀ ਸੀਗੀ ਤੇ ਮੂਲੇ ਨੂੰ ਕਿੰਨੇ ਜਨ ਮੂਲੇ ਖੱਤਰੀ ਨੂੰ ਉਹ ਸਾਧ ਸੰਗਤ ਹੋਰ ਧਾਰਨ ਕਰਨ ਪੈ ਗਏ। ਤੇ ਜਾ ਉਹਨਾਂ ਨੇ ਦੇਵਤਿਆਂ ਨੇ ਕਹਿਤਾ ਜਾ ਕੇ 84 ਲੱਖ ਜੂਨ ਵਿੱਚ ਪੈ ਜਾ ਕੇ ਸਾਧ ਸੰਗਤ
84 ਲੱਖ ਜੂਨਾ ਭੋਗੇਗਾ। ਹੁਣ ਗੁਰੂ ਤੋਂ ਬਿਨਾਂ 84 ਲੱਖ ਜਿਹੜੀ ਜੂਨ ਆ ਉਹ ਕੋਈ ਖਤਮ ਨਹੀਂ ਕਰ ਸਕਦਾ। ਤੇ ਸਾਧ ਸੰਗਤ ਹੁਣ ਗੁਰੂ ਕੋਲ ਫਿਰ ਆ ਗਿਆ, ਰੋਂਦਾ ਥੱਲੇ ਆਇਆ, ਕਹਿਣ ਲੱਗੇ ਕੀ ਹੋਇਆ ਤੂੰ ਗੁਰਸਿੱਖਾ ਰੋਣਾ, ਮੇਰਾ ਸੀ ਤੂੰ ਰੋਣਾ ਕਿਉਂ ਆ? ਕਹਿਣ ਲੱਗੇ ਮੈਂ ਤੁਹਾਡੇ ਤੇ ਸ਼ੰਕਾ ਕਰ ਲਈ, ਇਸ ਤਰ੍ਹਾਂ ਮੈਂ ਤੁਹਾਨੂੰ ਗੁਰੂ ਤਾਂ ਬਣਾ ਲਿਆ ਪਰ ਮਨ ਵਿੱਚ ਸ਼ੰਕਾ ਕਰ ਲਈ। ਹੁਣ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਦਾ ਧਾਰਨ ਕਰ ਲਿਆ ਸਾਧ ਸੰਗਤ ਮੂਲੇ ਖੱਤਰੀ ਨੇ, ਪਰ ਸ਼ੰਕਾ ਵੀ ਪੈਦਾ ਵਿੱਚ ਹੋ ਗਈ ਸੀ। ਜਦੋਂ ਅਸੀਂ ਗੁਰੂ ਧਾਰਨ ਕਰ ਲਈ ਤੇ ਸਾਡੇ ਗੁਰੂ ਤੋਂ ਤੇ ਸਾਧ ਸੰਗਤ ਨੂੰ ਸਾਨੂੰ ਸ਼ੰਕਾ ਨਹੀਂ ਕਰਨੀ ਚਾਹੀਦੀ, ਪ੍ਰੇਮ ਭਗਤ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਗੁਰੂ ਤੇ ਸ਼ੱਕ ਕਰਦੇ ਹਾਂ ਤੇ ਸਾਧ ਸੰਗਤ ਸੱਚ ਜਾਣਿਓ ਅਸੀਂ ਪਤਾ ਨਹੀਂ ਕਿੰਨੇ ਜਨਮ ਹੋਰ ਚਲੇ ਜਾਂਦੇ, ਕਿੰਨੇ ਸਾਡੇ ਲੈਣੇ ਆ। ਤੇ ਸਾਧ ਸੰਗਤ ਆਇਆ, ਆਖੀ ਬਿਰਤਾ ਦੱਸੀ ਕੀ ਹੋਇਆ? ਕਹਿਣ ਲੱਗੇ ਮੈਨੂੰ ਉਹਨਾਂ ਨੇ ਇਹ ਕਹਿਤਾ, ਕਹਿੰਦੇ ਜਾ ਤੂੰ 84 ਜੂਨ ਦੇ ਵਿੱਚ ਵੜ, ਤੂੰ ਗੁਰੂ ਤੇ ਸ਼ੱਕ ਕਰ ਬੈਠਾ ਹੈ ਆਪਣੇ ਤੇ, ਜਾ ਤੂੰ 84 ਲੁਕਾ ਜਨ। ਤੇ ਸਾਧ ਸੰਗਤ ਗੁਰੂ ਤੋਂ ਬਿਨਾਂ ਸਮਝਾਉਣ ਵਾਲਾ ਕੋਈ ਨਹੀਂ ਹੁੰਦਾ। ਹੁਣ ਇਹਨਾਂ ਨੂੰ ਪਤਾ ਨਹੀਂ ਸੀ ਜੂਨਾਂ ਹੁੰਦੀਆਂ ਕਿਹੜੀਆਂ। ਸਾਧ ਸੰਗਤ ਜੂਨ ਦਾ ਮਤਲਬ ਕੀ ਹੈ? 84 ਲੱਖ ਜੂਨ ਕੱਟੂਗਾ ਕਿਹੜਾ? ਗੁਰੂ ਕੱਟ ਸਕਦਾ, ਗੁਰੂ ਤੋਂ ਬਿਨਾਂ ਨਹੀਂ ਕੱਟ ਸਕਦਾ। ਗੁਰਬਿਨ ਘੋਰ ਅੰਧਾਰ, ਗੁਰੂ ਨੂੰ ਸਮਝ ਨਾ ਆਵੇ। ਜਾਂ ਕਹਿੰਦੇ ਜਾਓ ਦੇਵਤਿਆਂ ਨੂੰ ਕਹੋ ਪਹਿਲਾਂ 84 ਲੱਖ ਦਾ ਦੇ ਜਾਓ, 84 ਲੱਖ ਜੂਨ ਦਾ ਨਕਸ਼ਾ ਬਣਾ ਕੇ ਲਿਆ। ਹੁਣ ਉਹ ਧਰਤੀ ਤੇ ਆਉਣਾ ਸੀ, ਉੱਪਰ ਤਾਂ ਕੋਈ ਜੂਨਾ ਹੀ ਨਹੀਂ। ਜਿੰਨੀਆਂ ਜੂਨਾਂ ਸਾਧ ਸੰਗਤ ਧਰਤੀ ਤੇ ਥੱਲੇ ਨੇ, ਜਿੰਨੀਆਂ ਵੀ ਜੂਨਾਂ ਆ ਉਹ ਧਰਤੀ ਤੇ ਹੀ ਬਣੀਆਂ ਨੇ, ਉੱਪਰ ਦੀ ਕੋਈ ਜੂਨ ਨਹੀਂ ਹੈਗੀ। ਜਿੰਨੀਆਂ ਵੀ ਪੈਦਾ ਹੋਈਆਂ 84 ਲੱਖ ਜੂਨ ਧਰਤੀ ਤੇ ਪੈਦਾ ਹੋਈਆਂ। ਤੇ ਸਾਧ ਸੰਗਤ ਉਹ ਆਇਆ ਤੇ ਆ ਕੇ ਸਾਧ ਸੰਗਤ ਕਹਿਣ ਲੱਗਾ ਦੇਵਤਿਆਂ ਨੂੰ ਭਾਈ ਪਹਿਲਾਂ ਮੈਨੂੰ 84 ਉਹ ਜੂਨਾਂ ਦਾ ਨਕਸ਼ਾ ਬਣਾ ਕੇ ਦਿਖਾਓ, ਜੂਨਾਂ ਦਾ ਨਕਸ਼ਾ ਬਣਾ ਕੇ ਦਿਖਾਓ। ਤੇ ਹੁਣ ਗੁਰੂ ਨੇ ਜਿਹੜਾ ਦੱਸਿਆ ਸੀ, ਕਹਿਣ ਲੱਗੇ ਬਈ ਜਦੋਂ ਹੀ ਨਕਸ਼ਾ ਬਣਾਉਣਾ ਉਹਨੂੰ ਧਰਤੀ ਤੇ ਆਉਣਾ ਪੈਣਾ ਆ। ਤੇ ਧਰਤੀ ਤੇ ਆਏ ਤੇ ਸਾਜ ਜਦੋਂ ਨਕਸ਼ਾ ਬਣਾਣਾ ਗੁਰੂ ਦੇ ਦੱਸਿਆ ਵੀ ਜਦੋਂ ਨਕਸ਼ਾ ਬਣਾਵੇ ਮਿਟ ਦਈ ਤੇ ਸਾਰੀਆਂ ਮਿਲਟ ਜੀ ਉੱਪਰ ਡਿੱਗ ਪਈ, ਸਾਰਾ ਮਿੱਟੀ ਦੀ ਧਰਤੀ ਤੇ ਤੇਰੀ 84 ਲੱਖ ਜੂਨ ਕੱਟੀ ਜਾਵੇਗੀ। ਇਹ ਗੁਰੂ ਤੋਂ ਬਿਨਾਂ ਕੌਣ ਦੱਸ ਸਕਦਾ? ਹੁਣ ਉੱਪਰ ਜੂਨਾਂ ਨੇ, ਉੱਪਰ ਕਿਸੇ ਜੂਨ ਨੇ ਵੀ ਕਿਸੇ ਬੰਦੇ ਨੇ ਦੇਖਿਆ ਅਸਮਾਨ ਵਿੱਚ ਰਹਿੰਦਾ ਦਰਸ਼ਨ ਕਰਦਾ ਹੋਵੇ, ਉੱਥੇ ਸਾਰਾ ਜਨਮ ਲਿਆ ਹੋਵੇ, ਇਸਨੇ ਧਰਤੀ ਤੇ ਲੈਂਦੇ ਨੇ ਜੋ ਬਚੇ ਸੋ ਬਿਨਾਂ ਧਰਤੀ ਤੇ ਰਹਿ ਰਹੇ ਨੇ। ਇਸ ਲਈ ਗੁਰੂ ਤੋਂ ਬਿਨਾਂ ਕੋਈ ਨਹੀਂ। ਤੇ ਮਾਰੇਗਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣੇ, ਜਿਹਨੇ ਗੁਰੂ ਨੂੰ ਪਾ ਲਿਆ ਗੁਰੂ ਤੋਂ ਬਿਨਾਂ ਕੋਈ ਨਹੀਂ ਦੱਸ ਸਕਦਾ। ਕਹਿੰਦੇ ਜਿਨ ਪਾਇਆ ਪ੍ਰਭ ਆਪਣਾ, ਜਿਹਨੇ ਪ੍ਰਭੂ ਨੂੰ ਪਾ ਲਿਆ ਉਹ ਕਹਿੰਦੇ ਆਪਣਾ ਆਏ ਤਿਸੈ ਗਣਾ। ਤੇ ਮਹਾਰਾਜ ਉਸ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ, ਉਸ ਦਾ ਜਨਮ ਸਫਲ ਸਮਝੋ, ਜਿਸ ਨੇ ਸਿਮਰਨ ਦੀ ਸਹਾਇਤਾ ਨਾਲ ਆਪਣੇ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ। ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਖਿੰਨ, ਕਿਉਂਕਿ ਪ੍ਰਮਾਤਮਾ ਦਾ ਯਾਦ ਤੋਂ ਬਿਨਾਂ ਇੱਕ ਖਿੰਨ ਮਾਤਰ ਗੁਜ਼ਾਰਿਆ ਵੀ ਮਹਾਰਾਜ ਕਹਿੰਦੇ ਜ਼ਿੰਦਗੀ ਦੇ ਬਿਰਥੀ ਚਲੇ ਜਾਂਦੀ ਹੈ ਸਾਰੀ। ਤੇ ਮਹਾਰਾਜ ਬੀਤਦੀ ਹੈ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ। ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ, ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਕਣਾ। ਉਸ ਪ੍ਰਭੂ ਨੂੰ ਤੂੰ ਕਿਉਂ ਨਹੀਂ ਸਿਮਰਦਾ ਭਾਈ, ਬੰਦਗੀ ਕਿਉਂ ਨਹੀਂ ਕਰਦਾ, ਨਾਮ ਨਹੀਂ ਜਪਦਾ? ਤੇ ਮਹਾਰਾਜ ਕਹਿੰਦੇ ਉਹਨਾਂ ਨੇ ਤਾਂ ਆਪਣਾ ਮਟਾ ਲਿਆ, ਗੁਰੂ ਵਾਲੇ ਬਣ ਗਏ, ਪਰ ਅਸੀਂ ਕਦੇ ਗੁਰੂ ਵਾਲੇ ਬਣਾ? ਕਦੋਂ ਅਸੀਂ ਗੁਰੂ ਅੰਮ੍ਰਿਤ ਪਾਨ ਕਰਾਂਗੇ, ਗੁਰੂ ਦੇ ਘਰ ਵਿੱਚ ਐਂਟਰੀ ਕਰਾਂਗੇ ਭਾਈ? ਕਦੋਂ ਅਸੀਂ ਗੁਰੂ ਦੇ ਦਰ ਦੇ ਸਿੱਖ ਖਾਵਾਂਗੇ? ਸੱਚੇ ਮਨੋਂ ਤਨ ਮਨ ਹੋ ਕੇ ਇੱਕ ਵਾਰੀ ਗੁਰੂ ਦੇ ਕੋਲ ਚੱਲੀਏ, ਗੁਰੂ ਤੋਂ ਆਗਿਆ ਕਰੀਏ। ਮਾਰਾ ਪੰਜਾਂ ਪਿਆਰਿਆਂ ਕੋਲ ਖੜ ਕੇ ਸਾਨੂੰ ਵੀ ਪੰਥ ਵਿੱਚ ਗੁਰੂ ਦੇ ਨਾਲ ਸ਼ਾਮਲ ਕਰ ਲਓ, ਅਸੀਂ ਵੀ ਗੁਰੂ ਘਰ ਦੇ ਸਿੱਖ ਬਣ ਜਾਈਏ, ਅੰਮ੍ਰਿਤ ਧਾਰੀ ਹੋ ਜਾਈਏ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਕਣਾ। ਜਦ ਤੱਕ ਤੁਹਾਨੂੰ ਪ੍ਰਭੂ ਦਾ ਨਾਮ, ਪ੍ਰਮਾਤਮਾ ਦਾ ਨਾਮ ਮਹਾਰਾਜ ਕਹਿੰਦੇ ਚੇਤੇ ਨਹੀਂ ਆਉਂਦਾ, ਉਦੋਂ ਤੱਕ ਤੁਹਾਨੂੰ ਦੁੱਖਾਂ ਦਾ ਸਹਾਰਾ ਲੈਣਾ ਪੈਣਾ, ਦੁੱਖ ਹੀ ਤੁਹਾਡੇ ਪੱਲੇ ਪੈਣੇ ਨੇ, ਦੁੱਖ ਕੱਟਣੇ ਪੈਣੇ ਨੇ। ਕਿਉਂ? ਕਿਉਂਕਿ ਸੋ ਪ੍ਰਭ ਚਿਤ ਨਾ ਆਵਈ, ਹਰੀ ਦਾ ਨਾਮ ਚਿਤ ਨਹੀਂ ਆਉਂਦਾ ਤੇ ਦੂਸਰਿਆਂ ਦਾ ਸਾਰਿਆਂ ਦੇ ਨਾਮ ਚੇਤੇ ਆਉਂਦੇ ਨੇ। ਮਹਾਰਾਜ ਕਹਿੰਦੇ ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਮਾਂ ਮੇਰੀ, ਪੇ ਮੇਰਾ, ਧਨ ਮੇਰਾ, ਦੌਲਤ ਮੇਰੀ, ਭੈਣ ਭਰਾ ਮੇਰੇ, ਸਭ ਕੁਛ ਮੇਰਾ ਆ, ਪਰ ਇੱਕ ਰਾਮ ਪਰਾਇਆ। ਅਸੀਂ ਰਾਮ ਨੂੰ ਪਰਾਇਆ ਕਰਦਾ ਜਿਹਨੇ ਸਾਡੇ ਨਾਲ ਸਾਨੂੰ ਸਾਰਾ ਸਵਾਰਨਾ, ਸਾਡਾ ਜੀਵਨ ਸਵਾਰਨਾ ਨਹੀਂ। ਹਰ ਦਰਸ਼ਨ ਕੋ ਮਨ ਲੋਚਦਾ, ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਬੰਦਿਆਂ ਨੇ ਉਸ ਸਰਵ ਵਿਆਪਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਹਨਾਂ ਦਾ ਬੜਾ ਭਾਗ ਪੈਂਦਾ ਹੈ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਇਹ ਭਾਈ ਨਾਨਕ ਮਨ ਦੀ ਹਰੀ ਦੇ ਦੀਦਾਰ ਦੀ ਤਾਂਘ ਰੱਖਦਾ ਹੈ। ਅਸੀਂ ਵੀ ਸਤਿਗੁਰ ਦੇ ਦਰਸ਼ਨਾਂ ਦੀ ਤਾਂਘ ਰੱਖੀਏ, ਹਰ ਵੇਲੇ ਅਰਦਾਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਂ ਮਾਰੇ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਤੇ ਮਹਾਰਾਜ ਅੰਤ ਵਿੱਚ ਚੇਤ ਮਲਾਏ,
सो प्रभु तिसकै पाए लगा पाई। ਜਦੋਂ ਤੂੰ ਪ੍ਰਭੂ ਨੂੰ ਚੇਤੇ ਕਰੇਗਾ, ਪ੍ਰਭੂ ਤੇਰੇ ਹਿਰਦੇ ਵਿੱਚ ਆ ਕੇ ਬਸ ਜਾਵੇਗਾ। ਨਾਮ ਦੀ ਕਮਾਈ ਕਰ। ਚੇਤ ਮਿਲਾਏ ਸੋ ਪ੍ਰਭੂ ਤਿਸਕੈ ਪਾਏ ਲੱਗਾ। ਚੇਤ ਦਾ ਮਹੀਨਾ ਉਹਨਾਂ ਲਈ ਖੁਸ਼ੀਆਂ ਭਰਿਆ, ਜਿਹੜਾ ਮਾਲਕ ਨੂੰ ਚੇਤੇ ਕਰਦਾ ਆ। ਜਿਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ, ਮੈਂ ਉਸਦੀ ਚਰਨੀ ਲੱਗ ਜਾਵਾਂ। ਅਸੀਂ ਵੀ ਲੱਗ ਜਾਈਏ ਸਾਧ ਸੰਗ। ਇਹ ਸੀ ਚੇਤ ਮਹੀਨੇ ਦੀ ਜਿੰਨੀ ਕੁ ਮਾਲਕ ਨੇ ਮਤ ਬੁੱਧ ਦਿੱਤੀ ਸੀ, ਤੁਹਾਡੇ ਨਾਲ ਸਾਂਝ ਕੀਤੀ ਹੈ। ਕਥਾ ਕਰਦਿਆਂ ਵਿਚਾਰਾ ਕਰਦਿਆਂ ਸਾਧ ਸੰਗ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।